गुरु वाहे 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 गुरु वाहिगुरू गुरु जी दी साजी नवाजी गुरु रूप गुरु प्यारी साध संगत जी वाहिगुरू जी का खालसा वाहिगुरू जी की फतेह। गुरमुख प्यारिओ जो आपां नूं गुरबाणी गुरु विच सतगुरां ने उपदेश बख्शिश कीता है सानूं समझाउंदे भी जे असीं आपदे हिरदे विच नाम नूं वसा लांगे ते उहनूं गुरबाणी गुरु विच फिर साधु कहंदे। महाराज कहंदे भी उहिओ साधु उहिओ वैरागी है जिहड़ा अपने हिरदे विच नाम नूं वसाउंदा है। महाराज फरमाउंदे ने सो साधु वैरागी सोई हिरदे नाम वसाई। भी वो साधु वो वैरागी जिन्हें अपने हिरदे विच नाम नूं वसा लिया। हुण इह नाम की है जिन्हों असीं आपदे हिरदे विच वसाउणा है। गुरु नानक दे घर ने फिर आपां नूं नाम दा बड़ा खुल के भेज दिता। नाम कहंदे परमात्मा दे मुख दी आवाज़ नूं जिन्हों अनहद शब्द आखी। शब्द गुरु आखिया है, सहज धुन नाद आखिया है, सतनाम आखी, हर तत्त आखिया, बीज मंत्र आखिया, मूल मंत्र आखी। बई किवें ना किवें सानूं समझ लग सी नाम दी अनाहद शब्द आखी। बई जो परमात्मा दे मुख दे विचों प्रगट हो रहा जितों सारी सृष्टि की रचना हुई। महाराज फरमाउंदे कीता पसाओ एको कबाओ इसते होए लख दरियाओ। बई ज्यों ही मालक बोले उन्हां दे मुख दे विचों जो आवाज़ प्रगट हुई वो तो नाम तो सारा अगे पसारा हुई।
ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਜੇ ਅਸੀਂ ਉਹ ਨਾਮ ਨੂੰ ਹਿਰਦੇ 'ਚ ਵਸਾ ਲਾਂਗੇ ਫਿਰ ਅਸੀਂ ਜੀਵਨ ਮੁਕਤ ਹੋ ਜਾਵਾਂਗੇ, ਅਸੀਂ ਦੁਬਾਰਾ ਵਾਪਸ ਨਹੀਂ ਆਵਾਂਗੇ। ਸਾਡਾ ਜਨਮ ਮਰਨ ਦਾ ਜਿਹੜਾ ਚੱਕਰ ਹੀ ਸਦਾ ਲਈ ਖਤਮ ਹੋ ਜਾਏਗਾ। ਜੇ ਹੁਣ ਅਸੀਂ ਨਾਮ ਨੂੰ ਨਹੀਂ ਬੁੱਝਦੇ, ਨਾਮ ਨੂੰ ਭੁੱਲੇ ਬੈਠੇ ਹਾਂ, ਨਾਮ ਨੂੰ ਵਿਸਾਰੀ ਬੈਠੇ, ਫਿਰ ਅਸੀਂ ਵਾਰ-ਵਾਰ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ। ਮਹਾਰਾਜ ਫਰਮਾਉਂਦੇ ਨਾਮੋਂ ਭੁੱਲੀ ਜੇ ਫਿਰ ਆਮ ਜਾਊਂ। ਵੀ ਜੇ ਅਸੀਂ ਨਾਮ ਨੂੰ ਭੁੱਲੇ ਬੈਠੇ, ਸਾਡਾ ਆਉਣਾ ਵੀ ਤੇ ਜਾਣਾ ਵੀ ਦੋਵੇਂ ਇਸ ਮਾਤਲੋਕ ਦੇ ਵਿੱਚ ਬਣੇ ਰਹਿਣਗੇ। ਮਹਾਰਾਜ ਫਰਮਾਉਂਦੇ ਨਾਨਕ ਨਾਮ ਵਸਾਰਿਆਂ ਆਵਣ ਜਾਣਾ ਦੋਏ। ਵੀ ਨਾਮ ਨੂੰ ਵਸਾਰ ਕੇ ਸਾਡਾ ਦੋਵੇਂ ਆਉਣ ਜਾਣ ਬਣਿਆ ਰਹਿੰਦਾ। ਹੁਣ ਗੁਰਬਾਣੀ ਗੁਰੂ ਵਿੱਚ ਹਰ ਇੱਕ ਸ਼ਬਦ ਦੇ ਵਿੱਚ ਨਾਮ ਦੀ ਮਹਿਮਾ, ਨਾਮ ਦੀ ਉਸਤਤ, ਨਾਮ ਦੀ ਵਡਿਆਈ ਕੀਤੀ ਜਾ ਰਹੀ ਹੈ। ਵੀ ਜੋ ਨਾਮ ਹੈ, ਜਦੋਂ ਅਸੀਂ ਉਹ ਨਾਮ ਨੂੰ ਸੁਣਾਂਗੇ, ਉਹਨੂੰ ਆਪਣੇ ਹਿਰਦੇ 'ਚ ਵਸਾਵਾਂਗੇ, ਸਾਡੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਏਗਾ। ਮਹਾਰਾਜ ਇਸੇ ਪ੍ਰਥਾਏ ਸਾਨੂੰ ਰੋਜ਼ ਫਰਮਾਉਂਦੇ, ਸੁਣਿਆ ਦੁੱਖ ਪਾਪ ਕਾ ਨਾਸ। ਵੀ ਉਹ ਕਿਹੜਾ ਸੁਣਨਾ ਜਿਹਨੂੰ ਸੁਣਨ ਦੇ ਨਾਲ ਸਾਡੇ ਦੁੱਖਾਂ ਦਾ, ਸਾਡਿਆਂ ਪਾਪਾਂ ਦਾ ਨਾਸ ਹੋ ਜਾਂਦਾ, ਉਹ ਹੈ ਨਾਮ। ਹੌੜੇ ਨਾਮ ਨੂੰ ਫਿਰ ਅਸੀਂ ਕਿਵੇਂ ਸੁਣੀਏ? ਮਹਾਰਾਜ ਕਹਿੰਦੇ ਤੁਸੀਂ ਉਹਨੂੰ ਸਹਿਜ ਵਿੱਚ ਜਾ ਕੇ ਸੁਣ ਸਕਦੇ। ਸੁਣਿਆ ਲਾਗੇ ਸਹਿਜ ਧਿਆਨ। ਬਈ ਸਹਿਜ ਸੁਭਾਹੀ ਜਦੋਂ ਅਸੀਂ ਸਹਿਜ ਵਿੱਚ ਜਾਵਾਂਗੇ ਸਾਨੂੰ ਉਹ ਸੁਣਾਈ ਦੇਵੇਗਾ। ਹੁਣ ਸਹਿਜ ਵਿੱਚ ਜਾਣ ਵਾਸਤੇ ਸਾਨੂੰ ਵਿਚਾਰਾਂ ਨੂੰ ਰੋਕਣਾ ਪੈਣਾ, ਫੁਰਨਿਆਂ ਨੂੰ ਰੋਕਣਾ ਪੈਣਾ। ਇਹ ਵਿਚਾਰ ਸਾਨੂੰ ਸਹਿਜ ਵਿੱਚ ਨਹੀਂ ਜਾਣ ਦਿੰਦੇ। ਇਹਨਾਂ ਵਿਚਾਰਾਂ ਦੇ ਵਿੱਚ ਹੀ, ਵਿਚਾਰਾਂ ਨੂੰ ਕਰਮ ਕਹਿੰਦੇ, ਇਹਨਾਂ ਕਰਮਾਂ ਦੇ ਵਿੱਚ ਸਹਿਜ ਨਹੀਂ। ਤੇ ਜਦ ਤੱਕ ਅਸੀਂ ਸਹਿਜ ਵਿੱਚ ਨਹੀਂ ਜਾਂਦੇ, ਸਾਡੀਆਂ ਚਿੰਤਾਵਾਂ, ਸਾਡੇ ਸਹਿੰਸੇ, ਸਾਡੇ ਫਿਕਰ ਹੀ ਖਤਮ ਨਹੀਂ ਹੁੰਦੀ। ਮਹਾਰਾਜ ਫਰਮਾਉਂਦੇ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿੰਸਾ ਨਾ ਜਾਏ। ਬਈ ਇੱਧਰ ਵਿਚਾਰਾਂ ਦੇ ਵਿੱਚ ਸਹਿਜ ਨਹੀਂ, ਫੁਰਨਿਆਂ ਦੇ ਵਿੱਚ। ਅਤੇ ਜਦੋਂ ਅਸੀਂ ਵਿਚਾਰਾਂ ਤੋਂ ਮਨ ਨੂੰ ਰਹਿਤ ਕਰ ਲਾਂਗੇ ਤਾਂ ਅਸੀਂ ਸਹਿਜ ਵਿੱਚ ਚਲੇ ਜਾਵਾਂਗੇ। ਜਦੋਂ ਸਹਿਜ ਵਿੱਚ ਜਾਵਾਂਗੇ ਫਿਰ ਅਸੀਂ ਉੱਥੇ ਸੁਣ ਸਕਦੇ। ਮਹਾਰਾਜ ਇਸ ਵਰਤਾਏ ਕਹਿੰਦੇ ਸੁਣਿਆ ਲਾਗੇ ਸਹਿਜ ਧਿਆਨ। ਵੀ ਤੁਸੀਂ ਸਹਿਜ ਵਿੱਚ ਜਾ ਕੇ ਸੁਣੋ, ਤੁਹਾਡੇ ਅੰਦਰ ਪਰਮਾਤਮਾ ਬੋਲਦਾ, ਸਾਡੇ ਸਾਰਿਆਂ ਦੇ ਅੰਦਰ ਹੀ ਬੋਲ ਰਿਹਾ। ਜਿੰਨੇ ਵੀ ਘੜ ਸਰੀਰ ਨੇ ਸਾਡੇ ਸਭਨਾਂ ਦੇ ਅੰਦਰ ਵਾਹਿਗੁਰੂ ਬੋਲਦਾ। ਮਹਾਰਾਜ ਫਰਮਾਉਂਦੇ ਸਭੇ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਵੀ ਜਿੰਨੇ ਵੀ ਘਟ ਸਰੀਰ ਨੇ ਸਭਨਾਂ ਦੇ ਅੰਦਰ ਰਾਮ ਵਾਹਿਗੁਰੂ ਬੋਲਦਾ ਹੈ। ਹੁਣ ਆਪਣੇ ਸਾਰਿਆਂ ਦੇ ਅੰਦਰ ਬੋਲ ਰਿਹਾ ਤੇ ਸੁਣਨਾ ਅਸੀਂ ਸਹਿਜ ਵਿੱਚ ਜਾ ਕੇ। ਜਦੋਂ ਅਸੀਂ ਸਹਿਜ ਵਿੱਚ ਜਾਵਾਂਗੇ ਫਿਰ ਸੁਣੇਗਾ। ਜੇ ਅਸੀਂ ਸਹਿਜ ਵਿੱਚ ਨਹੀਂ ਜਾਂਦੇ ਫਿਰ ਸਾਨੂੰ ਸੁਣਾਈ ਨਹੀਂ ਦਿੰਦਾ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਬਈ ਜਿੰਨੇ ਵੀ ਘਟ ਸਰੀਰ ਸਭਨਾਂ ਦੇ ਅੰਦਰ ਬੋਲਦਾ ਵਾਹਿਗੁਰੂ, ਅਤੇ ਉਹਨੂੰ ਸੁਣਨ ਵਾਸਤੇ ਸਾਨੂੰ ਅੰਤਰਮੁਖੀ ਹੋਣਾ ਪੈਣਾ, ਸਾਨੂੰ ਅੰਤਰਗਤ ਜਾਣਾ ਪੈਣਾ। ਜਦੋਂ ਅਸੀਂ ਅੰਤਰਮੁਖੀ ਹੋ ਕੇ ਬੈਠਾਂਗੇ ਅਤੇ ਸਾਡੇ ਸਭਨਾਂ ਦੇ ਅੰਦਰ ਬੋਲਦਾ। ਹੁਣ ਜਿਹੜਾ ਮਨਮੁਖ ਜੀਵ ਹੈ ਉਹ ਬਾਹਰ ਲੱਭਦਾ ਫਿਰਦਾ ਵੀ ਰੱਬ ਕਿਤੇ ਮੈਨੂੰ ਬਾਹਰ ਜੰਗਲਾਂ 'ਚ ਜਾ ਕੇ ਜਾਂ ਗੁਫਾਵਾਂ ਦੇ ਵਿੱਚ ਜਾ ਕੇ ਮਿਲ ਜੇਗਾ। ਉਹ ਸਾਡੇ ਸਭਨਾਂ ਦੇ ਅੰਦਰ ਬੋਲ ਰਹੇ ਅਤੇ ਜੀਵ ਬਾਹਰ ਲੱਭਦਾ ਫਿਰਦਾ।
ਮਹਾਰਾਜ ਫਰਮਾਉਂਦੇ, ਇਸ ਕਾਇਆ ਅੰਦਰ ਆਪ ਵਸੇ, ਲੱਖ ਨਾ ਲਖਿਆ ਜਾਈ, ਮਨਮੁਖ ਮੁਗਧ ਬੂਝੇ ਨਾਹੀਂ ਬਾਹਰ ਭਾਲਣ ਜਾਈ। ਬਈ ਜਿਹੜਾ ਮਨਮੁਖ ਮੂਰਖ ਉਹ ਬਾਹਰ ਲੱਭਦਾ ਫਿਰ, ਬਈ ਉਹ ਬਾਹਰ ਤੀਰਥਾਂ 'ਤੇ ਜਾ ਕੇ ਜਾਂ ਕਿਤੇ ਜੰਗਲਾਂ 'ਚ ਜਾ ਕੇ ਜਾਂ ਕਿਸੇ ਖਾਸ ਥਾਂ 'ਤੇ ਜਾ ਕੇ ਮੈਨੂੰ ਮਿਲ ਜੇ। ਔਰ ਉਹ ਸਾਡੇ ਸਭਨਾਂ ਦੇ ਅੰਦਰ ਬੈਠਾ ਅਤੇ ਮੂਰਖ ਜੀਵ ਬਾਹਰ ਲੱਭਦਾ ਫਿਰਦਾ। ਸਤਿਗੁਰੂ ਕਹਿੰਦੇ ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਬਾਹਰ ਨਹੀਂ, ਸਾਰਾ ਕੁਝ ਤੁਹਾਡੇ ਅੰਦਰ ਹੀ। ਜੇ ਤੁਸੀਂ ਬਾਹਰੋਂ ਲੱਭਦੇ ਹੋ ਤਾਂ ਬਾਹਰ ਭਰਮ ਹੈ। ਮਹਾਰਾਜ ਫਰਮਾਉਂਦੇ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਬਈ ਜੇ ਅਸੀਂ ਬਾਹਰੋਂ ਲੱਭਾਂਗੇ ਤੇ ਅਸੀਂ ਭਰਮ 'ਚ ਰਵਾਂਗੇ। ਜੇ ਹੁਣ ਅਸੀਂ ਸੁੱਖ ਬਾਹਰੋਂ ਲੱਭਦੇ ਹਾਂ ਤੇ ਅਸੀਂ ਭਰਮ 'ਚ। ਸੁੱਖ ਸਾਡੇ ਅੰਦਰ ਹੈ, ਘਰ ਦੇ ਵਿੱਚ, ਤੇ ਅਸੀਂ ਬਾਹਰੋਂ ਸੁੱਖ ਲੱਭਦੇ ਫਿਰਦੇ। ਤੇ ਮਹਾਰਾਜ ਕਹਿੰਦੇ, ਜੇ ਤੁਸੀਂ ਸੁੱਖ ਲੈਣਾ ਤੇ ਘਰ ਦੇ ਵਿੱਚ ਆਓ, ਅੰਦਰ ਆਓ। ਹੁਣ ਤਾਈਓ ਫਿਰ ਆਪਾਂ ਨੂੰ ਦੱਸਦੇ, ਮਨ ਨੂੰ ਸਮਝਾਉਂਦੇ ਵੀ ਤੇਰੇ ਤਾਂ ਅੰਦਰ ਹੀ ਨਿਧਾਨ ਪਿਆ। ਨਿਧਾਨ ਹੁੰਦਾ ਖਜ਼ਾਨਾ। ਬਈ ਮਾਲਕ ਨੇ ਤੇਰੇ ਤਾਂ ਅੰਦਰ ਹੀ ਖਜ਼ਾਨਾ ਰੱਖਿਆ ਵੀ ਤੂੰ ਬਾਹਰੋਂ ਵਸਤੂ ਨਾ ਭਾਲ, ਤੂੰ ਅੰਤਰਗਤੀ ਉਹ ਖਜ਼ਾਨੇ ਦੇ ਉੱਤੇ ਧਿਆਨ ਲਾ। ਮਹਾਰਾਜ ਫਰਮਾਉਂਦੇ, ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ। ਬਈ ਤੇਰੇ ਤਾਂ ਅੰਦਰ ਹੀ ਨਿਧਾਨ ਹੈ, ਤੂੰ ਬਾਹਰੋਂ ਕੀ ਲੱਭਦਾ। ਹੁਣ ਸਾਡੇ ਅੰਦਰ ਖਜ਼ਾਨਾ ਰੱਖਿਆ ਮਾਲਕ ਨੇ, ਇੰਨਾ ਕੀਮਤੀ ਵਡਮੁੱਲਾ, ਜਿਹਦੀ ਕੋਈ ਕੀਮਤ ਜਾਣੀ ਨਹੀਂ ਜਾ ਸਕਦੀ। ਉਹ ਖਜ਼ਾਨਾ ਹੈ ਨਾਮ ਧਨ। ਮਹਾਰਾਜ ਇਸ ਲਈ ਫਰਮਾਉਂਦੇ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਬਈ ਜੋ ਸਾਈਂ ਦਾ ਨਾਮ ਹੈ ਉਹ ਅਮੁੱਲ ਹੈ, ਜਿਹਦੀ ਕੋਈ ਕੀਮਤ ਜਾਣੀ ਨਹੀਂ ਜਾ ਸਕਦੀ, ਜਿਹਦਾ ਕੋਈ ਮੁੱਲ ਹੀ ਨਹੀਂ ਦਿੱਤਾ ਜਾ ਸਕਦਾ। ਹੁਣ ਉਹ ਅਮੁੱਲ ਖਜ਼ਾਨਾ, ਉਹ ਨਿਧਾਨ ਸਾਡੇ ਅੰਦਰ ਪਿਆ ਹੈ, ਇਹ ਅਸੀਂ ਬਾਹਰੋਂ ਲੱਭਦੇ। ਹੁਣ ਤਾਂ ਫਿਰ ਸਾਨੂੰ ਸਮਝਾਉਂਦੇ ਵੀ ਤੁਸੀਂ ਅੰਤਰਮੁਖੀ ਹੋਵੋ ਅਤੇ ਘਰ ਦੇ ਵਿੱਚ ਆ। ਜੇ ਤੁਸੀਂ ਸੁੱਖ ਲੈਣਾ ਅਤੇ ਤੁਸੀਂ ਘਰ ਆਵੋ। ਹੁਣ ਸੁੱਖ ਲੈਣ ਵਾਸਤੇ ਸਾਨੂੰ ਫਿਰ ਸਹਿਜ ਵਿੱਚ ਜਾਣਾ ਪੈਣਾ। ਸਹਿਜ ਸਾਡਾ ਘਰ ਹੈ। ਜਦੋਂ ਅਸੀਂ ਸਹਿਜ ਵਿੱਚ ਜਾਵਾਂਗੇ ਅਤੇ ਉਹ 'ਤੇ ਇੰਨਾ ਸੁੱਖ, ਇੰਨਾ ਆਨੰਦ ਹੈ, ਫਿਰ ਆਪਣਾ ਬੋਲਣ ਨੂੰ ਚਿੱਤ ਨਹੀਂ ਕਰਦਾ। ਜੇ ਕੋਈ ਆਪਾਂ ਨੂੰ ਬੁਲਾਏਗਾ ਵੀ ਆਪਾਂ ਓਨਾ ਕੀ ਬੋਲਾਂਗੇ ਜਿੰਨੀ ਕੁ ਲੋੜ ਹੈ, ਨਹੀਂ ਤਾਂ ਫਿਰ ਚੁੱਪ ਹੋ ਜਾਵਾਂਗੇ। ਕਿ ਸੰਸਾਰ ਦੀਆਂ ਗੱਲਾਂ ਜਦੋਂ ਅਸੀਂ ਕਰਦੇ, ਅਸੀਂ ਸਹਿਜ ਤੋਂ ਬਾਹਰ ਆ ਕੇ ਕਰਦੇ। ਔਰ ਗੁਰਮੁਖ ਜਿਹੜੇ ਉਹ ਸਹਿਜ ਵਿੱਚ ਹੁੰਦੇ ਆਪਦੇ ਘਰ, ਅਤੇ ਇਸ ਕਰਕੇ ਉਹ ਬਹੁਤਾ ਬੋਲਦੇ ਨੇ। ਸੰਸਾਰ ਦੀ ਗੱਲ ਉਨੀ ਕੁ ਕਰਦੇ ਜਿੰਨੀ ਕੁ ਲੋੜ ਹੈ, ਨਹੀਂ ਤਾਂ ਉਹਦਾ ਚੁੱਪ ਹੋ ਜਾਂਦੇ, ਨਹੀਂ ਤਾਂ ਮਾਲਕ ਦੀ ਵਡਿਆਈ ਕਰਦੇ, ਉਹਦੀ ਉਸਤਤ ਕਰਦੇ। ਮਹਾਰਾਜ ਤਾਈਓ ਫਰਮਾਉਂਦੇ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲਾਭ ਲੋਭ ਅਹੰਕਾਰ ਦਾ ਜੀ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਵੀ ਭਗਤਾਂ ਦੀ ਜਿਹੜੀ ਚਾਲ ਉਹ ਵੱਖਰੀ ਹੁੰਦੀ ਸੰਸਾਰੀਆਂ ਨਾਲੋਂ। ਵੱਖਰੀ ਕੀ, ਬਈ ਉਹ ਬਹੁਤੀਆਂ ਗੱਲਾਂ ਨਹੀਂ ਕਰਦੇ, ਉਹ ਬਹੁਤੀਆਂ ਵਿਚਾਰਾਂ 'ਚ ਨਹੀਂ ਪੈਂਦੀ। ਸੰਸਾਰ ਦੀ ਗੱਲ ਉਨੀ ਕੁ ਕਰਦੇ ਜਿੰਨੀ ਕੁ ਜ਼ਰੂਰਤ ਹੈ, ਨਹੀਂ ਤਾਂ ਲੋੜ ਤੋਂ ਵੱਧ ਉਹ ਕਰਦੇ ਕੋਈ ਨਹੀਂ। ਇਹ ਆ ਕਿ ਅਸੀਂ ਜਦੋਂ ਸੰਸਾਰ ਦੀ ਗੱਲ ਕਰਾਂਗੇ, ਸਹਿਜ ਤੋਂ ਬਾਹਰ ਆਉਣਾ ਪੈਣਾ। ਫਿਰ ਇਹ ਭਾਸ਼ਾ ਸ਼ੁਰੂ ਹੁੰਦੀ ਜਿਹਨੂੰ ਕਹਿੰਦੇ ਅਗਨ ਬਿੰਬ ਪਾਉਣੇ ਕੀ ਬਾਣੀ, ਤੀਨ ਨਾਮ ਕੇ ਦਸ। ਬਈ ਇਹ ਨਾਮ ਦੀ ਦਾਸੀ, ਨਾਮ ਦੇ ਮਤਹਿਤ ਹੈ। ਅਤੇ ਆਪਾਂ ਜਦੋਂ ਸਹਿਜ ਵਿੱਚ ਚਲੇ ਗਏ, ਨਾਮ ਦੇ ਨਾਲ ਜੁੜ ਗਏ, ਭਾਸ਼ਾ ਤੋਂ ਉੱਪਰ ਉੱਠ ਕੇ।
ਹੁਣ ਜੇ ਸਾਨੂੰ ਇਹ ਭਾਸ਼ਾ ਬੋਲਣੀ ਪਏਗੀ, ਸਾਨੂੰ ਥੱਲੇ ਆਉਣਾ ਪੈਣਾ। ਥੱਲੇ ਆ ਕੇ ਫਿਰ ਆਪਾਂ ਇਹ ਭਾਸ਼ਾ ਬੋਲਾਂਗੇ। ਨਹੀਂ ਤਾਂ ਜਦੋਂ ਅਸੀਂ ਉੱਪਰ ਚਲੇ ਗਏ ਭਾਸ਼ਾ ਖਤਮ ਹੋ ਜਾਂਦੀ। ਹੁਣ ਤਾਈਓ ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਜਿਵੇਂ ਖਾਲੀ ਜ਼ਿਆਦਾ ਖੜਕਤ, ਜਿਹੜਾ ਭਰਿਆ ਹੋਇਆ ਭਰੇ ਖੜਕਦੇ ਨਹੀਂ। ਜਿਵੇਂ ਆਪਾਂ ਦੇਖਦੇ ਹਾਂ ਦਾਣੇ ਕਣਕ ਵੀ ਖਾਲੀ ਢੋਲ ਜਿਹੜਾ ਉਹ ਖੜਕਦਾ, ਜਦੋਂ ਉਹਨੂੰ ਭਰ ਦਈਏ ਤਾਂ ਉਹ ਭਰਿਆ ਹੋਇਆ ਨਹੀਂ ਖੜਕਦਾ, ਨਹੀਂ ਬੋਲਦਾ। ਇਸੇ ਤਰ੍ਹਾਂ ਹੀ ਬਾਬਾ ਕਬੀਰ ਜੀ ਕਹਿੰਦੇ, ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਬਈ ਜਿਹੜਾ ਖਾਲੀ ਉਹੀਓ ਖੜਕਦਾ, ਜਿਹੜੇ ਜ਼ਿਆਦਾ ਬੋਲਦੇ ਖਾਲੀ ਖੜਕਦਾ। ਬਈ ਜਿਹੜਾ ਭਰਿਆ ਹੋਇਆ, ਜਿਹੜਾ ਨਾਮ ਦੇ ਨਾਲ ਜੁੜਿਆ, ਉਹ ਨਹੀਂ ਖੜਕਦਾ, ਉਹ ਨਹੀਂ ਬੋਲਦਾ ਬਹੁਤ। ਆਈਓ ਫਿਰ ਮਹਾਰਾਜ ਕਹਿੰਦੇ ਵੀ ਭਗਤਾਂ ਤੇ ਸੰਸਾਰੀਆਂ ਦਾ ਜਿਹੜਾ ਆਪਸ ਵਿੱਚ ਜੋੜ ਉਹ ਘੱਟ ਆਉਂਦਾ, ਉਹ ਆਉਂਦਾ ਹੀ ਨਹੀਂ। ਘੱਟ ਕੀ, ਉਹ ਆਉਂਦਾ ਹੀ ਨਹੀਂ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਉਹ ਨਹੀਂ ਜੋੜ ਆਉਂਦਾ ਕਿਉਂਕਿ ਭਗਤ ਉਹਦੇ ਹੁਕਮ 'ਚ ਚੱਲਦਾ, ਮਾਲਕ ਦੀ ਰਜ਼ਾ ਦੇ ਵਿੱਚ। ਜਿਹੜਾ ਸੰਸਾਰੀ ਹੈ ਉਹਨੇ ਰਜ਼ਾ ਤੋਂ ਉਲਟ ਚੱਲਣਾ, ਉਹਨੇ ਆਪਦੀ ਮੱਤ ਦੁਆਰਾ ਚੱਲਣਾ ਅਤੇ ਉਹਨੇ ਪੁੱਠਾ ਹੀ ਚੱਲਣਾ, ਉਹਨੇ ਟੇਢਾ ਚੱਲਣਾ। ਜਿਹਨੂੰ ਮਹਾਰਾਜ ਕਹਿੰਦੇ ਮਾਇਆ ਮੋਹਿਓ ਟੇਢੋ ਜਾਤ, ਮਾਇਆ ਦਾ ਮੋਹਿਆ ਹੋਇਆ ਟੇਢਾ ਚੱਲਦਾ, ਪੁੱਠਾ ਚੱਲਦਾ, ਉਲਟਾ ਚੱਲਦਾ। ਹੁਣ ਤਾਂ ਕਰਕੇ ਫਿਰ ਭਗਤਾਂ ਦਾ ਅਤੇ ਸੰਸਾਰੀਆਂ ਦਾ ਆਪਸ ਵਿੱਚ ਮਹਾਰਾਜ ਕਹਿੰਦੇ ਵੀ ਜੋੜ ਨਹੀਂ ਆਉਂਦਾ, ਆਪਸ ਵਿੱਚ ਉਹਨਾਂ ਦਾ ਘੱਟ ਜੋੜ ਆਉਂਦਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਅਸੀਂ ਇਸ ਮਾਰਗ ਦੇ ਉੱਤੇ ਚੱਲਾਂਗੇ, ਇਹ ਫਿਰ ਸੰਸਾਰ ਦੇ ਨਾਲੋਂ ਉਲਟ ਮਾਰਗ। ਤਾਈਓ ਇਸ ਮਾਰਗ ਦੇ ਉੱਤੇ ਵਿਰਲੇ ਗੁਰਮੁਖ ਚੱਲਦੇ, ਬਹੁਤ ਥੋੜ੍ਹੇ। ਜਿਹੜੇ ਚੱਲਦੇ ਉਹਨਾਂ ਨੂੰ ਫਿਰ ਉੱਤਮ ਕਹਿੰਦੇ। ਮਹਾਰਾਜ ਕਹਿੰਦੇ ਜੱਗ ਮੈਂ, ਇਹ ਸੰਸਾਰ ਦੇ ਵਿੱਚ ਵੀ ਉਹ ਵਿਰਲੇ ਨੇ। ਜੱਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ, ਬਈ ਉਹ ਵਿਰਲੇ ਨੇ, ਥੋੜ੍ਹੇ ਨੇ ਬਈ ਜਿਹੜੇ ਫਿਰ ਇਸ ਮਾਰਗ ਦੇ ਉੱਤੇ ਚੱਲਦੇ। ਜ਼ਿਆਦਾ ਜਿਹੜੀ ਭੀੜ ਲੱਗੀ ਹੋਈ ਉਹ ਧਾਤ ਦੇ ਰਸਤੇ 'ਚ, ਜਿਹੜਾ ਅੱਗੇ ਆਕਾਰਾਂ ਦੇ ਵਿੱਚ ਜਾਂਦਾ, ਜਿਹੜਾ ਅੱਗੇ ਜੂਨਾਂ ਦੇ ਵਿੱਚ ਜਾਂਦਾ, ਉਹਦੇ 'ਤੇ ਬਹੀਰਾਂ ਘੱਤੀਆਂ ਹੋਈਆਂ ਜੀਵਾਂ। ਜਿਹੜਾ ਇਹ ਮਾਰਗ ਲਿਵਦਾ ਰਸਤਾ, ਇਹਦੇ 'ਤੇ ਬਹੁਤ ਥੋੜ੍ਹੇ ਵਿਰਲੇ, ਕੋਈ ਇਹਦੇ 'ਤੇ ਇਹ ਨਹੀਂ ਵੀ ਬਹੁਤੀ ਭੀੜ ਹੈ। ਥੋੜ੍ਹੇ ਗੁਰਮੁਖ ਚੱਲਦੇ ਅਤੇ ਵਿਰਲੇ ਚੱਲਦੇ। ਹੁਣ ਜਦੋਂ ਅਸੀਂ ਇਹ ਮਾਰਗ ਦੇ ਉੱਤੇ ਚੱਲਾਂਗੇ, ਇਹਦੇ 'ਤੇ ਸੁੱਖ ਬੜਾ, ਇਹਦੇ 'ਤੇ ਸ਼ਾਂਤੀ ਬੜੀ, ਇਹਦੇ 'ਤੇ ਆਨੰਦ ਬੜਾ। ਪਰ ਇਹਦੇ 'ਤੇ ਚੱਲਣ ਵਾਸਤੇ ਫਿਰ ਸਾਨੂੰ ਜਿਉਂਦੇ ਜੀ ਮਰਨਾ ਪੈਂਦਾ। ਜੇ ਅਸੀਂ ਜਿਉਂਦੇ ਜੀ ਨਹੀਂ ਮਰਾਂਗੇ ਤਾਂ ਸੰਸਾਰੀ ਜੀਵ ਸਾਨੂੰ ਚੱਲਣ ਨਹੀਂ ਦੇਣਗੇ ਰਸਤੇ 'ਤੇ, ਉਹ ਸਾਨੂੰ ਫਿਰ ਪਿੱਛੇ ਨੂੰ ਖਿੱਚ ਲੈਣਗੇ। ਉਹਨਾਂ ਨੇ ਕਿਉਂਕਿ ਇੱਧਰ ਨੂੰ ਥੋੜ੍ਹੇ ਵਿਰਲਾ ਕੋਈ ਜਾਂਦਾ, ਅਤੇ ਜਿੱਧਰ ਨੂੰ ਜ਼ਿਆਦਾ ਜੀਵਾਂ ਨੇ ਬਹੀਰਾਂ ਘੱਤੀਆਂ ਹੋਣ, ਉਹ ਫਿਰ ਦੂਸਰੇ ਨੂੰ ਮਖੌਲ ਕਰਦੇ ਵੀ ਦੇਖੋ ਅਸੀਂ ਸਾਰੇ ਇੱਧਰ ਨੂੰ ਜਾ ਰਹੇ ਹਾਂ ਅਤੇ ਪੁੱਠੇ ਪਾਸੇ ਨੂੰ ਜਾ ਰਹੇ, ਇੱਧਰ ਨੂੰ ਜਿੱਧਰੋਂ ਅਸੀਂ ਆ ਰਹੇ ਹਾਂ ਉੱਧਰ ਨੂੰ ਜਾ ਰਹੇ। ਉਹ ਫਿਰ ਜਿਹੜੀ ਭੀੜ ਹੈ ਉਹ ਜੀਵ ਨੂੰ ਪ੍ਰਭਾਵਿਤ ਕਰਦੀ ਵੀ ਇੰਨੇ ਜੀਵ ਜਿਹੜੇ ਇੱਧਰ ਨੂੰ ਜਾ ਰਹੇ, ਵੀ ਇੰਨੇ ਤਾਂ ਨਹੀਂ ਗਲਤ ਹੋ ਸਕਦੇ, ਵੀ ਹੋ ਸਕਦਾ ਵੀ ਮੈਂ ਹੀ ਗਲਤ ਹੋਵਾਂ ਜਿਹੜਾ ਮੈਂ ਪੁੱਠਾ ਚੱਲਦਾ ਇਹਨਾਂ ਤੋਂ। ਅਤੇ ਫਿਰ ਉਹ ਖਿੱਚਣ ਵਾਲੇ ਵੀ ਤੁਸੀਂ ਇੱਧਰ ਨੂੰ ਨਾ ਜਾਓ, ਜਿੱਧਰ ਨੂੰ ਅਸੀਂ ਚੱਲਦੇ ਹਾਂ ਤੁਸੀਂ ਉੱਧਰ ਨੂੰ ਚੱਲੋ। ਫਿਰ ਇਸ ਕਰਕੇ ਇਸ ਮਾਰਗ ਦੇ ਉੱਤੇ ਚੱਲਣ ਵਾਸਤੇ ਜੇ ਅਸੀਂ ਜਿਉਂਦੇ ਜੀ ਮਰੇ ਹੋਵਾਂਗੇ, ਫਿਰ ਸਾਨੂੰ ਕੋਈ ਫਰਕ ਨਹੀਂ ਪੈਂਦਾ। ਚਾਹੇ ਕੋਈ ਸਾਨੂੰ ਚੰਗਾ ਆਖੀ ਚੱਲੇ, ਚਾਹੇ ਸਾਨੂੰ ਕੋਈ ਮੰਦਾ ਆਖੀ ਚੱਲੇ, ਫਿਰ ਅਸੀਂ ਆਪਦਾ ਰਾਹ ਨਹੀਂ ਛੱਡਦੇ। ਇਉਂ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਮਾਲਕ ਨੂੰ ਮਿਲਣਾ, ਪਹਿਲਾਂ ਜਿਹੜਾ ਮਰਨ ਕਬੂਲ ਕਰ,
शर्त ही पहलां ये रखी, पहला मरण कबूल कर, जीवन की छड़ आस, हो सबना की रेणका तो आओ हमारे पास। भी जिउण दीयां जड़ियां आसां, ये जिहड़ा आस अभिलाशा असीं ला के रखियां होईयां संसार दीयां, इन्हां नूं छड्डना पैंदा, जिउंदे जी मरना पैंदा। फिर असीं ये मार्ग दे उत्ते चल सकदे, नहीं तां असीं चल नहीं सकदे। ताइयों महाराज कहंदे भी ये जिहड़ी कसौटी है फिर राम दी वाहिगुरू दी, इहदे ते जिहड़ा झूठा जीव आ वो नहीं टिक सकदा, वो राह ते नहीं चल सकदा। सतगुरु कहंदे कबीर कसौटी राम की, झूठा टिके ना कोई, राम कसौटी सो सहे जो मर जीवा होए। भी वो कसौटी उहिओ सह सकदा जिहड़ा मरिया होया, मर के जिहड़ा फिर जिउंदा होया शब्द वार। नहीं तो महाराज कहंदे भी जिहड़ा झूठा वो नहीं फिर रस्ते ते टिकदा, वो तो छड्ड जांदा ये राह। सो इस वास्ते फिर कहंदे भी जिहड़े कच्चे वो झड़ जांदे। महाराज कहंदे भी रत्ते होए वो ने जिहड़े फिर मुख नहीं मोड़दे साईं तो परमात्मा च। रतड़े सही जो मुख ना मड़न, जिन्नी समझाता साईं, झड़ झड़ पाउंदे कच्चे बिरही जिन्ना कार ना आई। बई जिन्हां नूं मालक दी सेवा करनी नहीं आई, वो कच्चे झड़ जांदे, वो विच ही छड्ड जांदे। जिन्हां ने मालक दी पछाण कर ली, जिहड़े रत्ते गए वो नहीं मुख मोड़ते, वो नहीं ये रस्ता छड्डदे। फिर इस वास्ते आपां नूं कहंदे भी एक बार असीं आपदे घर चले जाइए, असीं आपदे घर दा आनंद लै लईए, सुख लै लईए, फिर असीं ये रस्ता छड्डांगे नहीं जदों असीं एक बार आपदे घर दा आनंद लै लिया। फिर मन चाहुंदा भी उहिओ आनंद, उहिओ सुख मैनूं जिहड़ा मेरे घर दे विच वो सुख, वो आनंद मेरा बणिया ही रवे। फिर इहनूं कहण दी भी नहीं लोड़ पैंदी भी तूं सिमरन कर, तूं साध संगत कर, फिर ये आपदे आप ही करदा रहिंदा। महाराज फरमाउंदे घर सुख वसिया, बाहर सुख पाया, कहो नानक गुर मंत्र दिरड़ाया। भी साडे घर दे विच तां सुख हैगा ही है, पर असीं आपदे घर कदे गए नहीं, इस करके असीं वो सुख नहीं देखी। असीं आपदे घर दा कदे आनंद लिया नहीं, ये तां करके सानूं इस संसार दे जिहड़े सुख झूठे, जिहड़े मिथे होए, जिहड़े कूड़, असीं इन्हां दे पिछे भजदे हां। भी कितों ना कितों सानूं सुख मिल जे, कोई ना कोई सानूं सुख दे देवे, वो सुख सानूं मिलदा फिर मनी संसार दे विच। हुण महाराज कहंदे भी जे तुसीं सुख लैना ते तुसीं आपदे घर दा आप घर दे विच आके तुसीं देखो भी किन्ना सुख, किन्ना आनंद है। जदों फिर असीं एक बार आपदे घर चले जाइए, वो घर दा सुख, वो घर दा आनंद लै लईए, ते फिर सानूं भेत खुलदा भी आह आनंद है। भी पहिलां तां असीं एवें कहिंदे ही सी भी आनंद आनंद, पर असल आनंद सानूं जदों असीं गुरु दी शरण च जांदे हां, जदों असीं शब्द गुरु नूं सुणदे हां, साडी टुੱਟੀ होई नाम दे नाल गंढी जांदी, फिर सानूं पता लगदा भी आह है आनंद। महाराज फरमाउंदे आनंद आनंद सब को कहे, आनंद गुरु ते जाने। भी उदों पता लगदा भी आह घर दे विच आनंद। फिर एक बार असीं आपदे घर दा आनंद लै लिआ, फिर असीं इधर बहुता समा नहीं रुकते। फिर तो सानूं ये हुंदा भी कदों इधरों विहले होईए कर्म तो ते आपदे घर जाइए, फटाफट घर जाके बैठिए ते आनंद लईए, सुख लईए। जद तक हुण असीं आपदा घर देखिया नहीं, फिर जाइए तो जाइए कित्थे, जदों घर दा तां पता ही नहीं भी बैठना कित्थे। फिर जीव दुखी होया होया इधर संसार दे विच आसरे लभद।
ਬਈ ਜੇ ਘਰ ਦੇ ਵਿੱਚ ਕਲੇਸ਼ ਹੈ, ਮਨ ਦੁਖੀ ਹੈ, ਤੇ ਫਿਰ ਉਹ ਲੱਭਦਾ ਵੀ ਕੋਈ ਸੁਣਨ ਵਾਲਾ ਮਿਲੇ, ਵੀ ਉਹਨੂੰ ਮੈਂ ਦੱਸਾਂ, ਉਹਦਾ ਦੁੱਖੜਾ ਰੋਵਾਂ ਉਹਦੇ ਕੋਲ, ਤੇ ਆਪਦਾ ਦੁੱਖੜਾ ਰੋ ਕੇ ਮੇਰਾ ਮਨ ਹਲਕਾ ਹੋ ਜੀ। ਉਹ ਸਮਝਦਾ ਵੀ ਸ਼ਾਇਦ ਇਹਦੇ ਨਾਲ ਵੀ ਮੈਨੂੰ ਸੁੱਖ ਮਿਲੇ। ਉਹ ਸੁੱਖ ਮਿਲਦਾ ਫਿਰ ਨਹੀਂ, ਕਿਉਂਕਿ ਸੁੱਖ ਤਾਂ ਮਿਲੇਗਾ ਜੇ ਅਸੀਂ ਆਪਦੇ ਘਰ ਜਾਵਾਂਗੇ। ਸੋ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਬਈ ਅਸੀਂ ਸਾਰਾ ਸੰਸਾਰ ਦੇਖ ਲਿਆ ਵੀ ਨਾਮ ਤੋਂ ਬਿਨਾਂ ਸੁੱਖ ਨਹੀਂ ਹੈ, ਕਿਤੇ ਵੀ ਨਹੀਂ ਸੁੱਖ। ਡੇਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਮਹਾਰਾਜ ਕਹਿੰਦੇ ਵੀ ਸਾਰਾ ਸੰਸਾਰ ਦੇਖਿਆ, ਨਾਮ ਤੋਂ ਬਿਨਾਂ ਸੁੱਖ ਨਹੀਂ। ਔਰ ਅਸੀਂ ਸਮਝਦੇ ਹਾਂ ਵੀ ਸੁੱਖ ਜੇ ਅਸੀਂ ਧਨ ਇਕੱਠਾ ਕਰ ਲਈਏ, ਸਾਡੇ ਕੋਲ ਪੈਸੇ ਜ਼ਿਆਦਾ ਆ ਜਾਣ, ਅਸੀਂ ਤਾਂ ਸੁਖੀ ਹੋ ਜਾਵਾਂਗੇ। ਮਹਾਰਾਜ ਕਹਿੰਦੇ ਨਹੀਂ ਹੋ ਸਕਦਾ। ਬਈ ਜੇ ਜੀਵ ਪੈਸੇ ਨਾਲ ਸੁਖੀ ਹੁੰਦਾ, ਤੇ ਬਹੁਤੇ ਜੀਵ ਐਸੇ ਜਿਨ੍ਹਾਂ ਕੋਲ ਇੰਨਾ ਧਨ ਹੈ, ਪਤਾ ਹੀ ਨਹੀਂ ਕਿੰਨਾ ਕੁ, ਫਿਰ ਵੀ ਦੁਖੀ ਨੇ, ਫਿਰ ਵੀ ਨਹੀਂ ਸੁਖੀ। ਸਗਾਂ ਤੇ ਉਹਨਾਂ ਨੂੰ ਜ਼ਿਆਦਾ ਚਿੰਤਾ, ਜਿਸ ਗ੍ਰਹਿ ਬਹੁਤ ਇਸ ਗ੍ਰਹਿ ਚਿੰਤਾ, ਉਹਨਾਂ ਨੂੰ ਬਾਹਲੀ ਚਿੰਤਾ। ਫਿਰ ਅਸੀਂ ਸਮਝਦੇ ਹਾਂ ਵੀ ਸੰਸਾਰ ਦੇ ਵਿੱਚ ਅਸੀਂ ਘੁੰਮ ਫਿਰ ਕੇ, ਅਸੀਂ ਨਾਟਕ ਚੇਟਕ ਦੇਖ ਕੇ, ਸੰਸਾਰ ਦੇ ਰੰਗ ਤਮਾਸ਼ੇ ਦੇਖ ਕੇ ਅਸੀਂ ਸੁਖੀ ਹੋ ਜਾਵਾਂਗੇ। ਮਹਾਰਾਜ ਕਹਿੰਦੇ ਫਿਰ ਵੀ ਨਹੀਂ ਹੋ ਸਕਦਾ। ਬਈ ਜਿੰਨਾ ਮਰਜ਼ੀ ਤੁਸੀਂ ਸੰਸਾਰ ਦੇ ਰੰਗ ਤਮਾਸ਼ੇ ਦੇਖ ਲਓ, ਤਾਂ ਵੀ ਤੁਹਾਡੇ ਮਨ ਨੂੰ ਸੁੱਖ ਨਹੀਂ ਮਿਲਣਾ, ਸ਼ਾਂਤੀ ਨਹੀਂ ਆਉਣੀ। ਜਿੰਨਾ ਮਰਜ਼ੀ ਅਸੀਂ ਪਰਦੇਸਾਂ 'ਚ ਚਲੇ ਜਾਈਏ, ਤਾਂ ਵੀ ਮਨ ਨੂੰ ਸੁੱਖ ਨਹੀਂ, ਸ਼ਾਂਤੀ ਨਹੀਂ। ਹੁਣ ਸੁੱਖ ਮਿਲੇ ਤੇ ਮਿਲੇ ਕਿਵੇਂ? ਕਹਿੰਦੇ ਜੇ ਸਿਮਰਨ ਕਰੇ, ਜੇ ਪਰਮਾਤਮਾ ਦੇ ਸਾਡਾ ਮਨ ਗੁਣ ਗਾਵੇ, ਇਹ ਨਾਮ ਦੇ ਨਾਲ ਜੁੜੇ, ਤੇ ਫਿਰ ਇਹਨੂੰ ਸਾਰੇ ਸੁੱਖ। ਮਹਾਰਾਜ ਫਰਮਾਉਂਦੇ ਸੁੱਖ ਨਾਹੀਂ ਬਹੁਤਾ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਤ ਨਾਟੇ, ਸੁੱਖ ਨਾਹੀਂ ਬਹੁਦੇਸ਼ ਕਮਾਈ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਵੀ ਜੇ ਤਾਂ ਮਨ ਪਰਮਾਤਮਾ ਦੇ ਗੁਣ ਗਾਵੇ ਤੇ ਫਿਰ ਇਹਨੂੰ ਸੁੱਖ ਹੈ, ਨਹੀਂ ਤਾਂ ਇਹਨੂੰ ਸੁੱਖ ਨਹੀਂ, ਜਿੱਥੇ ਮਰਜ਼ੀ ਭੱਜ ਲਵੇ। ਜਿੰਨਾ ਅਸੀਂ ਜ਼ਿਆਦਾ ਦੌੜਾਂਗੇ, ਉਹਨਾਂ ਅਸੀਂ ਜ਼ਿਆਦਾ ਦੁਖੀ, ਜ਼ਿਆਦਾ ਸ਼ਾਂਤ ਹੋਵਾਂਗੇ। ਸਾਰੀ ਉਮਰ ਜੀਵ ਭੱਜਿਆ ਰਹਿੰਦਾ, ਜਿਉਂ ਸੁਰਤ ਸੰਭਾਲਦਾ ਹੈ, ਜਿਉਂ ਭੱਜਣਾ ਸ਼ੁਰੂ ਕਰਦਾ, ਇਕੱਠਾ ਕਰਨਾ ਸ਼ੁਰੂ ਕਰਦਾ, ਸਾਰੀ ਉਮਰ ਲੱਗਾ ਰਹਿੰਦਾ। ਪਰ ਫਿਰ ਵੀ ਉਹਦੇ ਮਨ ਨੂੰ ਸੁੱਖ ਨਹੀਂ ਮਿਲਦਾ, ਉਹਦੇ ਮਨ ਨੂੰ ਧੀਰਜ ਨਹੀਂ ਆਉਂਦਾ, ਉਹਦਾ ਮਨ ਨਹੀਂ ਠਹਿਰਦਾ, ਮਨ ਨਹੀਂ ਰੁਕਦਾ। ਆ ਕੇ ਮਨ ਵਾਸਤੇ ਕੁਛ ਕੀਤਾ ਹੀ ਨਹੀਂ, ਜੋ ਵੀ ਕੀਤਾ ਤਨ ਵਾਸਤੇ ਕੀਤਾ, ਸਰੀਰ ਵਾਸਤੇ ਕੀਤਾ। ਇਹ ਜੋ ਜੀਵ ਧਨ ਇਕੱਠਾ ਕਰਨ ਲੱਗਿਆ, ਇਹ ਮਨ ਵਾਸਤੇ ਨਹੀਂ, ਇਹ ਤਨ ਵਾਸਤੇ। ਸੰਸਾਰ ਦਾ ਅਸੀਂ ਅਹੁਦਾ ਚਾਹੁੰਦੇ ਹਾਂ ਵੀ ਸਾਨੂੰ ਸੰਸਾਰ ਦਾ ਕੋਈ ਵੱਡਾ ਅਹੁਦਾ ਮਿਲ ਜੇ, ਸੰਸਾਰੀ ਜੀਵ ਸਾਡੀ ਵਾਹ ਵਾਹ ਕਰਨ, ਵੀ ਇਹ ਤਾਂ ਸਾਡਾ ਹੁਕਮ ਚੱਲੇ, ਉਹਨਾਂ 'ਤੇ ਸਾਡਾ ਨਾਂ ਚੱਲੇ। ਔਰ ਇਹ ਸਭ ਤਨ ਵਾਸਤੇ ਹੈ, ਇਹਦੇ ਨਾਲ ਸਾਡੇ ਮਨ ਨੂੰ ਕੋਈ ਸ਼ਾਂਤੀ ਨਹੀਂ ਆਉਣ ਲੱਗੀ। ਚਾਹੇ ਸੰਸਾਰ ਦੇ ਵਿੱਚ ਸਾਡਾ ਕਿੰਨਾ ਵੀ ਨਾਮ ਹੋ ਜੇ, ਇਸ ਖੰਡ 'ਤੇ ਤਾਂ ਕੀ, ਹੋਰਾਂ 9 ਖੰਡਾਂ 'ਤੇ ਵੀ ਹੋ ਜੇ। ਮਹਾਰਾਜ ਕਹਿੰਦੇ ਵੀ ਜੀਵ ਜੇ ਮਾਲਕ ਦੀ ਨਜ਼ਰ ਹੇਠ ਨਹੀਂ ਆਉਂਦਾ, ਜੇ ਅਸੀਂ ਪਰਮਾਤਮਾ ਜਿਹਨੇ ਸਾਨੂੰ ਪੈਦਾ ਕੀਤਾ, ਅਸੀਂ ਉਹਦੀ ਨਜ਼ਰ ਹੇਠ ਹੀ ਨਾ ਆਏ, ਜੇ ਅਸੀਂ ਉਹਦੇ ਹੁਕਮ ਦੇ ਵਿੱਚ ਹੀ ਨਾ ਆਏ, ਅਸੀਂ ਨਾਮ ਨੂੰ ਬੁੱਝੇ ਹੀ ਨਾ, ਫਿਰ ਜੀਵ ਦੀ ਜਿਹੜੀ ਆਰਜੂ ਉਮਰ, ਚਾਹੇ 4 ਯੁੱਗ ਤੋਂ ਲੈ ਕੇ 40 ਯੁੱਗ ਤੱਕ, ਇੰਨੀ ਲੰਮੀ ਆਰਜੂ ਸਾਡੀ ਹੋ ਜੇ, ਇਹਨਾਂ 9 ਖੰਡਾਂ 'ਚ ਜੀਵ ਦਾ ਨਾਮ ਚੱਲੇ ਤੇ ਉਹਦਾ ਜਸ ਹੋਵੇ, ਵੀ ਉਹਦੀ ਵਾਹਵਾ ਜੀਵ ਕਰਨ। ਪਰ ਜੇ ਅਸੀਂ ਹੁਕਮ ਨੂੰ ਨਹੀਂ ਬੁੱਝਿਆ ਤੇ ਅਖੀਰ ਸਾਨੂੰ ਫਿਰ ਕੀੜਿਆਂ 'ਚ ਕੀੜਾ ਬਣਾ ਕੇ ਛੱਡ ਦੇਣਗੇ। ਫਿਰ ਸਾਨੂੰ ਇੰਨਾ ਸੰਸਾਰ ਦੇ ਵਿੱਚ ਨਾ ਕਰਾਉਣ ਦਾ ਕੀ ਲਾਹਾ, ਕੀ ਲਾਭ ਹੋਇਆ, ਜੇ ਅਸੀਂ ਬਾਅਦ 'ਚੋਂ ਫਿਰ ਕੀੜਿਆਂ ਦੇ ਵਿੱਚ ਕੀੜੇ ਹੀ ਬਣਨਾ। ਮਹਾਰਾਜ ਫਰਮਾਉਂਦੇ ਜੇ ਜੁਗ ਚਾਰੇ ਆਰਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ।
ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੀ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਮੇਨ ਸਾਡਾ ਇਹ ਨਹੀਂ ਹੈ ਵੀ ਸੰਸਾਰ ਦੇ ਵਿੱਚ ਸਾਡਾ ਕਿੰਨਾ ਕੁ ਨਾਮ ਚੱਲਦਾ ਜਾਂ ਕਿੰਨੇ ਕੁ ਲੋਕ ਸਾਨੂੰ ਜਾਣਦੇ ਨੇ। ਸਾਡਾ ਮਕਸਦ ਇਹ ਹੈ ਵੀ ਅਸੀਂ ਮਾਲਕ ਪਰਮਾਤਮਾ ਦੀ ਨਜ਼ਰ ਹੇਠ ਆਏ ਹਾਂ ਕਿ ਜਾਂ ਨਹੀਂ ਆਏ। ਵੀ ਅਸੀਂ ਜੋ ਗੁਰਬਾਣੀ ਗੁਰੂ ਸਾਨੂੰ ਕਹਿ ਰਹੇ ਵੀ ਤੁਸੀਂ ਹੁਕਮ ਨੂੰ ਬੁੱਝੋ, ਨਾਮ ਨੂੰ ਬੁੱਝੋ, ਅਸੀਂ ਨਾਮ ਨੂੰ ਬੁੱਝਿਆ ਕਿ ਨਹੀਂ ਬੁੱਝਿਆ। ਅਸੀਂ ਆਪਦੇ ਘਰ ਦੀ ਪਹਿਚਾਣ ਕੀਤੀ ਕਿ ਨਹੀਂ ਕੀਤੀ, ਅਸੀਂ ਸਹਿਜ ਵਿੱਚ ਗਏ ਹਾਂ ਕਿ ਨਹੀਂ ਗਏ। ਜੇ ਹੁਣ ਅਸੀਂ ਇਸ ਸੰਸਾਰ ਦੇ ਵਿੱਚ ਆ ਕੇ ਮਾਲਕ ਦੇ ਨਾਲ ਅਸੀਂ ਪ੍ਰੀਤੀ ਨਾ ਪਾਈ, ਅਸੀਂ ਪ੍ਰੇਮਾ ਭਗਤੀ ਨਾ ਕੀਤੀ, ਤੇ ਫਿਰ ਸਾਨੂੰ ਸੰਸਾਰ 'ਚ ਆਉਣ ਦਾ ਲਾਹਾ ਕੀ ਹੋਇਆ, ਲਾਭ ਕੀ ਹੋਇਆ। ਮਹਾਰਾਜ ਇਸ ਲਈ ਕਹਿੰਦੇ ਵੀ ਜੀਵਨ ਉਹਨਾਂ ਦਾ ਜਿਨ੍ਹਾਂ ਦੇ ਮਨ ਦੇ ਵਿੱਚ, ਜਿਨ੍ਹਾਂ ਦੇ ਹਿਰਦੇ ਵਿੱਚ ਫਿਰ ਮਾਲਕ ਵਸਿਆ। ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਈ, ਨਾਨਕ ਅਵਰ ਨਾ ਜੀਵੇ ਕੋਈ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਵੀ ਉਹਨਾਂ ਦਾ ਤਾਂ ਸਾਰਾ ਕੁਛ ਹੀ ਹਰਾਮ, ਜਿਨ੍ਹਾਂ ਨੇ ਮੇਰੇ ਮਾਲਕ ਦੇ ਨਾਲ ਮਿਲਾਪ ਕੀਤਾ ਹੀ। ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਆਈ ਇਸ ਵਾਸਤੇ ਵੀ ਇਹ ਜਿਹੜਾ ਸਾਨੂੰ ਹੁਣ ਮਾਨਸ ਜਾਮਾ ਮਿਲਿਆ, ਇਸੇ ਵਾਸਤੇ ਮਿਲਿਆ ਵੀ ਹੁਣ ਸਾਨੂੰ ਵਾਰੀ, ਹੁਣ ਸਾਨੂੰ ਮੌਕਾ ਮਿਲੇ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰਨ ਵਾਸਤੇ। ਤੇ ਤਾਂਹੀਓ ਆਪਾਂ ਨੂੰ ਸਤਿਗੁਰੂ ਰੋਜ਼ ਫਰਮਾਉਂਦੇ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਏ। ਵੀ ਹੁਣੀ ਵਾਰੀ ਹੈ ਤੇ ਹੁਣੀ ਮੌਕਾ, ਜੇ ਹੁਣ ਨਹੀਂ ਮਿਲਾਂਗੇ ਤੇ ਫੇਰ ਕਦੋਂ ਮਿਲਾਂਗੇ। ਮਹਾਰਾਜ ਕਹਿੰਦੇ ਫਿਰ ਬਈ ਜਿਹੜੇ ਨਹੀਂ ਭਗਤੀ ਕਰਦੇ, ਜਿਨ੍ਹਾਂ ਦੇ ਹਿਰਦੇ 'ਚ ਨਹੀਂ ਨਾਮ ਵਸਿਆ, ਬਈ ਉਹ ਫਿਰ ਸੰਸਾਰ ਦੇ ਵਿੱਚ ਲੈਣ ਕੀ ਆਏ ਨੇ। ਵੀ ਉਹਨਾਂ ਨੇ ਤਾਂ ਆਪਦਾ ਜੀਵਨ ਸਾਰਾ ਵਿਅਰਥ ਹੀ ਖਰਾਬ ਕਰ ਲਿਆ। ਈਰੇ ਮਨਮੁਖ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਾ ਨਾ ਕੀਨੀ, ਵਿਰਥਾ ਜਨਮ ਗਵਾਇਆ। ਵੀ ਇਹਨਾਂ ਨੇ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ, ਵੀ ਇਹਨਾਂ ਨੇ ਆਪਦਾ ਜਿਹੜਾ ਜੀਵਨ ਸੀ ਉਹ ਸਾਰਾ ਵਿਅਰਥ ਹੀ ਗਵਾ ਲਿਆ। ਹੁਣ ਮਹਾਰਾਜ ਤਾਂ ਇੱਥੇ ਤੱਕ ਕਹਿੰਦੇ ਵੀ ਜਿਹੜੀ ਜਨਨੀ ਮਾਂ ਹੈ, ਵੀ ਜੇ ਉਹ ਆਪਦੇ ਪੁੱਤ ਨੂੰ ਜਨਮ ਦਿੰਦੀ, ਬੱਚੇ ਨੂੰ, ਤੇ ਜੇ ਉਹਦੇ ਹਿਰਦੇ ਵਿੱਚ ਨਾਮ ਨਹੀਂ ਵਸਦਾ, ਫਿਰ ਉਹ ਬਾਂਝ ਹੀ ਕਿਉਂ ਨਾ ਰਹਿ ਗਈ, ਉਹਨੂੰ ਜੰਮਣ ਦੀ ਲੋੜ ਕੀ ਸੀ। ਮਹਾਰਾਜ ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਵਸਿਓ, ਤੇ ਮਾਤ ਕੀ ਜੇ ਹਰ ਵਾਂਝਾ, ਉਹ ਸੁੰਝੀ ਦੇ ਫਿਰੇ ਬਿਨ ਨਾਮੇ, ਉਹ ਖੱਪ ਖੱਪ ਮੁਗੇ ਕਰੰਝਾ। ਮਹਾਰਾਜ ਦਾ ਕਹਿੰਦੇ ਵੀ ਉਹਨਾਂ ਦਾ ਜਿਉਣਾ ਸੰਸਾਰ ਦੇ ਵਿੱਚ ਉਹ ਖੱਪ ਖੱਪ ਕੇ ਮਰਨਗੇ। ਸੰਸਾਰ ਦੇ ਵਿੱਚ ਉਹਨਾਂ ਦਾ ਜਿਹੜਾ ਜਿਉਣਾ ਵੀ ਉਹ ਖਪਣਾ ਹੀ ਹੈ, ਕਿਉਂਕਿ ਉਹਨਾਂ ਨੇ ਆਪਦੇ ਹਿਰਦੇ ਵਿੱਚ ਨਾਮ ਨੂੰ ਵਸਾਇਆ ਨਹੀਂ। ਇਹ ਤਾਂ ਫਿਰ ਸੱਚੇ ਪਾਤਸ਼ਾਹ ਇੱਕ ਪਾਸੇ ਤਾਂ ਉਹ ਜਿਹੜੇ ਜੀਵ ਨਹੀਂ ਸਿਮਰਨ ਭਗਤੀ ਕਰਦੇ, ਉਹਨਾਂ ਨੂੰ ਤਾਂ ਫਿਰ ਕਹਿੰਦੇ ਵੀ ਜਿਹੜੇ ਮਨਮੁਖ ਨੇ, ਵੀ ਉਹ ਮਾਂ ਫਿਰ ਬਾਂਝ ਹੀ ਕਿਉਂ ਨਾ ਰਹਿ ਗਈ, ਉਹਨੂੰ ਲੋੜ ਕੀ ਸੀ ਉਹਨਾਂ ਨੂੰ ਜੰਮਣ ਦੀ, ਵੀ ਜੇ ਉਹਨਾਂ ਨੇ ਸਿਮਰਨ ਭਗਤੀ ਤਾਂ ਕਰਨੀ ਨਹੀਂ ਸੀ। ਜਿਹੜੇ ਗੁਰਮੁਖ ਫਿਰ ਨਾਮ ਜਪਦੇ, ਉਹਨਾਂ ਨੂੰ ਵਡਿਆਈ ਉਹ ਆਪ ਤਾਂ ਤਰਦੇ ਹੀ, ਨਾਲ ਉਹਨਾਂ ਦੇ ਮਾਂ ਪਿਓ ਵੀ ਧੰਨ ਨੇ। ਮਹਾਰਾਜ ਕਹਿੰਦੇ ਧੰਨ ਸੋ ਜਨਨੀ, ਧੰਨ ਪਿਤਾ ਪ੍ਰਧਾਨਾ, ਵੀ ਉਹ ਪਿਤਾ ਵੀ ਧੰਨ ਤੇ ਉਹ ਜਨਨੀ ਮਾਂ ਵੀ ਧੰਨ। ਵੀ ਜਿਹੜੀ ਐਸੇ ਪੁੱਤ ਨੂੰ ਜਨਮ ਦਿੰਦੀ ਵੀ ਜਿਹੜਾ ਭਗਤੀ ਕਰਦਾ, ਜਿਹੜਾ ਮਾਲਕ ਦਾ ਨਾਮ ਜਪਦਾ, ਜਿਹੜਾ ਨਾਮ ਦੇ ਨਾਲ ਜੁੜਿਆ। ਇਸ ਲਈ ਕਹਿੰਦੇ ਵੀ ਜੇ ਸਾਡੀ ਕੁਲ ਦੇ ਵਿੱਚ ਇੱਕ ਵੀ ਭਗਤ ਹੋ ਜੇ, ਵੀ ਉਹ ਆਪ ਤਾਂ ਤਰਦਾ ਹੀ, ਉਹ ਆਪਦੀ ਕੁਲ ਦਾ ਵੀ ਉਧਾਰ ਕਰ ਲੈਂਦਾ। ਮਹਾਰਾਜ ਕਹਿੰਦੇ ਭਗਤ ਜਨਾ ਕੀ ਉੱਤਮ ਬਾਣੀ, ਗਾਵੇ ਅਕਥ ਕਥਾ ਨਿਤ ਨਿਆਰੀ। ਸਫਲ ਜਨਮ ਭਇਆ ਤਨ ਕੇਰਾ, ਆਪ ਤਰੇ ਕੁਲ ਤਾਰੀ। ਵੀ ਜਿਹੜਾ ਭਗਤ ਉਹ ਆਪ ਤਾਂ ਤਰਦਾ ਹੀ, ਉਹ ਆਪਦੀ ਕੁਲ ਨੂੰ ਵੀ ਨਾਲ ਤਾਰ ਲੈਂਦਾ। ਜਿਹੜੇ ਹੁਣ ਨਹੀਂ ਭਗਤੀ ਕਰਦੇ,
ਉਹ ਆਪ ਤਾਂ ਡੁੱਬਦੇ ਹੀ, ਨਾਲ ਉਹਨਾਂ ਦੀ ਕੁੱਲ ਨੂੰ ਵੀ ਗਾਲ ਲੱਗਦੀ ਵੀ ਉਹ ਜਿਹਾ ਮਨਮੁਖ, ਇਹੋ ਜਿਹਾ ਸਾਖਤ ਜਿਹੜਾ ਪੈਦਾ ਹੋਏ। ਇਸ ਵਾਸਤੇ ਫਿਰ ਜਿੱਥੇ ਸਤਿਗੁਰੂ ਇੰਨੀਆਂ ਵਡਿਆਈਆਂ ਦਿੰਦੇ ਗੁਰਮੁਖਾਂ ਨੂੰ ਵੀ ਜਿਹੜੇ ਸਿਮਰਨ ਭਗਤੀ ਕਰਦੇ, ਵੀ ਉਹ ਰਸਨਾ ਧਨ, ਵੀ ਜਿਹੜੀ ਰਸਨਾ ਮਾਲਕ ਦੇ ਗੁਣ ਗਾਉਂਦੀ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਹਰ ਪ੍ਰਭ ਕੇਰੇ ਗਾਵੇ ਰਾਮ। ਵੀ ਇੱਕ ਤਾਂ ਉਹ ਰਸਨਾ ਧਨ ਜਿਹੜੀ ਮਾਲਕ ਦੇ ਗੁਣ ਗਾਉਂਦੀ, ਇੱਕ ਉਹ ਰਸਨਾ ਵੀ ਜਿਹੜੀ ਸਿਮਰਨ ਕਰਦੀ ਹੋਈ। ਫਿਰ ਮਹਾਰਾਜ ਕਹਿੰਦੇ ਵੀ ਉਹ ਤੋਂ ਕਰਾਉਣਾ ਕੀ ਹੈ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ, ਵੀ ਉਹਨੂੰ ਤਾਂ ਥੋੜ੍ਹੀ ਥੋੜ੍ਹੀ ਕਰਕੇ ਕੱਟਦੇ, ਉਹ ਤੋਂ ਕਰਾਉਣਾ ਕੀ, ਕਿਉਂਕਿ ਲਾਈਏ ਇਸ ਵਾਸਤੇ ਵੀ ਮਾਲਕ ਦੇ ਗੁਣ ਗਾਵੇ, ਵੀ ਉਹਦੀ ਵਡਿਆਈ ਕਰੇ, ਉਹਦੀ ਸ਼ੋਭਾ ਕਰੇ, ਉਹਦੀ ਉਸਤਤ ਕਰੇ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਉਹ ਰਸਨਾ ਧਨ ਜਿਹੜੀ ਮਾਲਕ ਦੇ ਗੁਣ ਗਾਉਂਦੀ, ਅਤੇ ਉਹ ਨੇਤਰ ਧਨ ਜਿਹੜੇ ਪਰਮਾਤਮਾ ਨੂੰ ਦੇਖਦੇ, ਉਹ ਕੰਨ ਜਿਹੜੇ ਉਹ ਪ੍ਰਵਾਨ ਜਿਹੜੇ ਮਾਲਕ ਦੀ ਆਵਾਜ਼ ਨਾਮ ਨੂੰ ਸੁਣਦੇ। ਸੋ ਇਸ ਵਾਸਤੇ ਕਹਿੰਦੇ ਵੀ ਜਿਹੜੇ ਗੁਰਮੁਖ ਫਿਰ ਨਾਮ ਜਪਦੇ, ਵੀ ਉਹ ਮੁੱਖ ਧਨ ਅਤੇ ਉਹ ਸਾਰਾ ਗ੍ਰਾਮ, ਗ੍ਰਾਮ ਹੁੰਦਾ ਵੀ ਇਹ ਗ੍ਰਹਿ ਸਰੀਰ ਨੂੰ ਗ੍ਰਾਮ ਕਹਿੰਦੇ, ਵੀ ਇਹਨੂੰ ਨਗਰੀ ਕਹਿੰਦੇ, ਸ਼ਹਿਰ ਕਹਿੰਦੇ, ਇਹਨੂੰ ਦੇਸ਼ ਕਹਿੰਦੇ, ਵੀ ਉਹ ਸਾਰਾ ਦੇਸ਼ ਉਹ ਗ੍ਰਾਮ ਹੀ ਪਵਿੱਤਰ ਹੋ ਜਾਂਦਾ। ਵੀ ਜਿਹੜਾ ਮੁੱਖ ਪਰਮਾਤਮਾ ਦੀ ਭਗਤੀ, ਜਿਹੜਾ ਮੁੱਖ ਮਾਲਕ ਦੇ ਗੁਣ ਗਾਉਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਕਬੀਰ ਸੋਈ ਮੁਖ ਧਨ ਹੈ, ਜੈ ਮੁਖ ਕਹੀਏ ਰਾਮ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਈ ਗੋ ਗ੍ਰਾਮ। ਵੀ ਉਹਦਾ ਸਾਰਾ ਗ੍ਰਾਮ, ਉਹਦਾ ਸਾਰਾ ਨਗਰ ਹੀ ਪਵਿੱਤਰ ਹੋ ਜਾਂਦਾ। ਨਗਰ ਕੀ ਇਹ ਸਰੀਰ ਨੂੰ ਨਗਰ ਕਹਿੰਦੇ, ਕਾਇਆ ਨਗਰੀ, ਵੀ ਇਹ ਜਿਹੜੀ ਕਾਇਆ ਸਰੀਰ ਇਹਨੂੰ ਨਗਰੀ ਕਹਿੰਦੇ, ਵੀ ਇਹ ਨਗਰ ਹੈ। ਵੀ ਇਹ ਸਾਰਾ ਨਗਰ ਹੀ ਪਵਿੱਤਰ ਹੋ ਜਾਂਦਾ ਜਦੋਂ ਸਾਡਾ ਮਨ ਜਾਗਤ ਅਵਸਥਾ 'ਚ ਆ ਜਾਂਦਾ। ਜਦੋਂ ਮਨ ਘਰ ਬਹਿੰਦਾ, ਨਿਜ ਮਿਲ ਜਾਂਦਾ, ਥਿਰ ਘਰ ਜਾਂਦਾ, ਫਿਰ ਇਹ ਹਲੀਮੀ ਰਾਜ ਕਰਦਾ। ਫਿਰ ਉਦੋਂ ਕਹਿੰਦੇ ਖਾਲਸ ਰਾਜ ਆ ਗਿਆ, ਖਾਲਸੇ ਦਾ ਰਾਜ ਆ ਗਿਆ। ਖਾਲਸੇ ਨੇ ਜਿਹੜਾ ਰਾਜ ਉਹ ਇਸ ਦੇਸ਼ ਦੇ ਉੱਤੇ ਕਰਨਾ, ਇਹਨੂੰ ਧਰਤੀ ਕਹਿੰਦੇ। ਜਿਹੜਾ ਇਹ ਸਰੀਰ ਨਗਰੀ, ਇਹਦੇ ਉੱਤੇ ਖਾਲਸੇ ਦਾ ਰਾਜ ਹੁੰਦਾ। ਜਦੋਂ ਸਾਡਾ ਮਨ ਜਾਗਤ ਅਵਸਥਾ 'ਚ ਆਉਂਦਾ, ਫਿਰ ਖਾਲਸੇ ਦਾ ਰਾਜ। ਜੇ ਹੁਣ ਮਨ ਸੁੱਤਾ ਹੋਇਆ, ਫਿਰ ਕਿਹਦਾ ਰਾਜ ਹੈ? ਫਿਰ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ। ਫਿਰ ਇਹਨਾਂ ਪੰਜਾਂ ਦੂਤਾਂ ਦਾ ਰਾਜ ਹੈ। ਜਦੋਂ ਇਹਨਾਂ ਦਾ ਰਾਜ ਹੁੰਦਾ, ਇਹਨਾਂ ਦੇ ਰਾਜ ਦੇ ਵਿੱਚ ਲੜਾਈਆਂ ਝਗੜੇ, ਕਲਾ ਕਲੇਸ਼, ਬੈਰ ਵਿਰੋਧ, ਈਰਖਾ, ਨਫ਼ਰਤ, ਨਿੰਦਿਆ, ਚੁਗਲੀ, ਫਿਰ ਇਹਨਾਂ ਦੇ ਰਾਜ ਦੇ ਵਿੱਚ ਹੀ ਸਾਰਾ ਕੁਝ ਚੱਲਦਾ। ਜੇ ਹੁਣ ਮਨ ਜਾਗ ਪਏਗਾ, ਖਾਲਸੇ ਦਾ ਰਾਜ ਆ ਜਾਏਗਾ, ਅਤੇ ਫਿਰ ਇਹ ਸਾਰਾ ਕੁਛ ਬੰਦ ਹੋ ਜਾਂਦਾ। ਫਿਰ ਸਾਰੀ ਜਿਹੜੀ ਨਗਰੀ, ਸਾਰਾ ਗ੍ਰਾਮ, ਫਿਰ ਉਹ ਸਾਰੀ ਸਿਮਰਨ ਕਰਨ ਲੱਗ ਜਾਂਦੀ। ਜਿਹੜਾ ਸਾਡਾ ਇਹ ਸਰੀਰ ਹੈ, ਇਹਦੇ ਵਿੱਚ ਕਰੋੜਾਂ ਜੀਵ ਵਸਦੇ। ਇਹ ਦੇਸ਼ ਹੈ, ਦੇਸ਼ ਦੇ ਵਿੱਚ ਪਰਜਾ ਰਾਜੇ ਸੀ। ਜੇ ਹੁਣ ਰਾਜਾ ਆਪ ਜਾਗਤ ਅਵਸਥਾ 'ਚ ਹੋਏਗਾ, ਫਿਰ ਇਹ ਆਪਦੀ ਪਰਜਾ ਨੂੰ ਸਾਰਿਆਂ ਨੂੰ ਕਹਿੰਦਾ ਵੀ ਸਾਰੀ ਸਿਮਰਨ ਕਰ। ਇਹ ਸਾਰੇ ਸਿਮਰਨ 'ਤੇ ਲੱਗ ਜਾਂਦੇ। ਇਉਂ ਮਾਰੇ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੇ, ਵੀ ਜਿਹੜੇ ਗੁਰਮੁਖ ਉਹਨਾਂ ਦਾ ਰੋਮ ਰੋਮ ਧਿਆਉਂਦਾ। ਰੋਮ ਰੋਮ ਕੀ ਆ? ਸਾਰੀ ਨਗਰੀ ਉਹ ਧਿਆਉਣ ਲੱਗ ਜਾਂਦੀ। ਬਈ ਉਹ ਇੱਕ ਵਾਰ ਵਾਹਿਗੁਰੂ ਬੋਲਦੇ ਅਤੇ ਉਹਨਾਂ ਦਾ ਸਮਝ ਲਓ ਵੀ ਕਰੋੜਾਂ ਵਾਰ ਬੋਲਿਆ ਜਾਂਦਾ, ਕਿਉਂਕਿ ਉਹ ਸਾਰੀ ਨਗਰੀ ਉਹ ਬੋਲਦੀ। ਵੀ ਇੱਕ ਤੋਂ ਜਿਹੜੀਆਂ ਲੱਖਾਂ ਜੀਭਾਂ ਬਣ ਜਾਂਦੀ। ਇੱਕ ਦੋ ਜੀਭ ਲੱਖ ਹੋਏ, ਲੱਖ ਹੋਏ, ਲੱਖ 20। ਬਈ ਇੱਕ ਤੋਂ ਜਿਹੜੀਆਂ ਲੱਖਾਂ ਬਣ ਗਈਆਂ, ਫਿਰ ਇਹ ਰੋਮ ਰੋਮ ਜਿਹੜਾ ਸਾਰੀ ਨਗਰੀ ਹੀ ਫਿਰ ਭਗਤੀ ਕਰਨ ਲੱਗ ਜਾਂਦੀ, ਸਾਰੇ ਸਿਮਰਨ 'ਤੇ ਲੱਗ ਜਾਂਦੀ। ਉਹ ਤਾਂ ਲੱਗਦੇ ਜਦੋਂ ਮਨ ਖਾਲਸਾ ਬਣਦਾ, ਜਦੋਂ ਖਾਲਸੇ ਦਾ ਰਾਜ ਆਉਂਦਾ।
ਫਿਰ ਤਾਂ ਸਾਰੀ ਨਗਰੀ ਸਾਰਾ ਗ੍ਰਾਮ ਪਵਿੱਤਰ ਹੋ ਜਾਂਦਾ, ਫਿਰ ਤਾਂ ਸਾਰੇ ਸਿਮਰਨ ਕਰਦੇ। ਜੇ ਹੁਣ ਰਾਜਾ ਸੁੱਤਾ ਹੋਇਆ, ਰਾਜਾ ਹੀ ਨਖਾਲਸ ਹੋਇਆ ਹੋਇਆ, ਫਿਰ ਇਹ ਨਗਰੀ ਜਿਹੜੀ ਫਿਰ ਇਹ ਨਸ਼ੇ 'ਤੇ ਲੱਗ ਜਾਂਦੀ, ਫਿਰ ਜੀਵ ਨਸ਼ਾ ਕਰਨ ਲੱਗ ਜਾਂਦੀ, ਫਿਰ ਅੰਦਰ ਹੀ ਹੜਤਾਲਾਂ ਸ਼ੁਰੂ ਹੋ ਜਾਂਦੀਆਂ, ਫਿਰ ਜੀਵ ਨਸ਼ੇੜੀ ਹੋ ਜਾਂਦੇ, ਫਿਰ ਨਾਅਰੇਬਾਜ਼ੀ ਸ਼ੁਰੂ ਹੋ ਜਾਂਦੀ ਅੰਦਰ, ਫਿਰ ਕੁਝ ਜੀਵ ਮਰ ਜਾਂਦੇ, ਕੁਝ ਨਸ਼ੇੜੀ ਹੋ ਜਾਂਦੇ, ਫਿਰ ਇਹਨੂੰ ਰਾਜੇ ਨੂੰ ਇਹਦੀ ਸਜ਼ਾ ਮਿਲਦੀ। ਬਈ ਜਿਵੇਂ ਹੁਣ ਆਪਾਂ ਵਿਚਾਰ ਕਰਦੇ ਹਾਂ ਵੀ ਇਹ ਰਾਜ ਤਾਂ ਇਹਨਾਂ ਪੰਜਾਂ ਦਾ, ਵੀ ਜਿੰਨਾ ਵੀ ਇਹ ਕਰਮ ਫਿਰ ਹੀ ਕਰਦੇ, ਮਨ ਤਾਂ ਸੁੱਤਾ ਹੁੰਦਾ, ਫਿਰ ਇਹ ਸਜ਼ਾ ਮਨ ਨੂੰ ਕਾਹਤੋਂ ਮਿਲਦੀ? ਮਨ ਨੂੰ ਸਜ਼ਾ ਤਾਂ ਕਰਕੇ ਦਿੱਤੀ ਜਾਂਦੀ ਵੀ ਤੂੰ ਉੱਥੇ ਜਾ ਕੇ ਗਾਫਲ ਕਿਉਂ ਹੋਏ, ਤੂੰ ਉੱਥੇ ਜਾ ਕੇ ਸੁੱਤਾ ਕਿਉਂ, ਤੈਨੂੰ ਬਣਾਇਆ ਸੀ ਰਾਜਾ, ਵੀ ਤੂੰ ਉੱਥੇ ਜਾ ਕੇ ਗਾਫਲ ਹੋ ਕੇ ਤੂੰ ਸੌਂ ਗਿਆ, ਅਤੇ ਤਾਂ ਕਰਕੇ ਫਿਰ ਇਹ ਜਿਹੜੀ ਪ੍ਰਜਾ ਸੀ ਇੰਨੀ ਦੁਖੀ ਹੋਈ, ਇੰਨੀ ਅਸ਼ਾਂਤ ਹੋਈ, ਫਿਰ ਤਾਂ ਕਰਕੇ ਮਨ ਨੂੰ ਫਿਰ ਸਜ਼ਾ ਦਿੱਤੀ ਜਾਂਦੀ, ਫਿਰ ਇਹਨੂੰ ਵਾਪਸ ਫਿਰ ਭੇਜ ਦਿੰਦੇ ਆ ਕਾਰਾਂ ਦੇ ਵਿੱਚ, ਜੂਨਾਂ ਦੇ ਵਿੱਚ। ਹੁਣ ਜੇ ਸਾਡਾ ਮਨ ਖਾਲਸਾ ਹੋ ਜਾਏਗਾ, ਜੇ ਮਨ ਅਮਰ ਹੋ ਜਾਂਦਾ ਤਾਂ ਸਾਰੀ ਨਗਰੀ ਅਮਰ ਹੋ ਜਾਂਦੀ, ਫਿਰ ਸਾਰਾ ਦੇਸ਼ ਹੀ ਜਿਹੜਾ ਜਹਾਨ ਸਾਰਾ ਫਿਰ ਇਹਦੀ ਵਾਹਵਾ ਕਰਦਾ, ਇਹਦੀ ਉਸਤਤ ਕਰਦਾ ਰਾਜੇ 'ਚ। ਮਹਾਰਾਜ ਇਸੇ ਵਰਤਾਏ ਕਹਿੰਦੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਬਈ ਜਦੋਂ ਮਨ ਸੱਚ ਦੇ ਮਾਰਗ ਦੇ ਉੱਤੇ ਚੱਲਦਾ, ਪਰਮਾਤਮਾ ਨੂੰ ਮਿਲਾਪ ਦੇ ਰਸਤੇ 'ਤੇ ਜਦੋਂ ਇਹ ਘਰ ਚਲਾ ਜਾਂਦਾ, ਫਿਰ ਇਹ ਸਾਰਾ ਜਿਹੜਾ ਜਹਾਨ ਫਿਰ ਇਹ ਉਸਤਤ ਕਰਦਾ। ਇਹਦੀ ਜਹਾਨ ਕਿਹੜਾ? ਆਪਣਾ ਇਹ ਸਰੀਰ ਨੂੰ ਜਹਾਨ ਕਹਿੰਦੇ। ਫਿਰ ਇਹਦੇ ਵਿੱਚ ਜਿਹੜੇ ਕਰੋੜਾਂ ਜੀਵ ਵੱਸਦੇ, ਫਿਰ ਉਹ ਸਾਰੇ ਰਾਜੇ ਦੀ ਵਾਹਵਾ ਕਰਦੇ, ਰਾਜੇ ਦੀ ਵਡਿਆਈ ਕਰਦੇ। ਬਈ ਸਾਡਾ ਰਾਜਾ ਜਿਹੜਾ ਉਹ ਅਮਰ ਹੋ ਚੁੱਕੇ ਹੈ, ਅਤੇ ਹੁਣ ਅਸੀਂ ਵੀ ਸਾਰੀ ਨਗਰੀ ਉਹਦੇ ਨਾਲ ਅਮਰ ਹੋ ਜਾਵਾਂਗੇ, ਅਸੀਂ ਵੀ ਉਹਦੇ ਨਾਲ ਹੀ ਤਰ ਜਾਵਾਂਗੇ। ਅਤੇ ਫਿਰ ਇਸੇ ਭਰੋਸੇ ਹੀ ਫਿਰ ਆਪਾਂ ਬੇਨਤੀ ਕਰਦੇ ਮਾਲਕ ਨੂੰ, ਬਈ ਤੇਰੇ 'ਤੇ ਭਰੋਸਾ ਕਰਕੇ, ਵੀ ਤੇਰੇ ਨਾਮ ਦੇ ਨਾਲ ਜੁੜ ਕੇ ਹੁਣ ਅਸੀਂ ਸਾਰਾ ਜਿਹੜਾ ਪਰਿਵਾਰ ਸੀ ਉਹਨੂੰ ਬੇੜੇ ਦੇ ਉੱਤੇ ਚੜ੍ਹਾ ਲਈ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜ੍ਹਾਇਆ ਬੇੜੇ। ਵੀ ਸਾਡਾ ਜਿਹੜਾ ਸਾਰਾ ਪਰਿਵਾਰ ਕੀ, ਫਿਰ ਇਹ ਜਿਹੜੀ ਨਗਰੀ ਆਪਣਾ ਸਾਰਾ ਪਰਿਵਾਰ ਹੈ, ਫਿਰ ਇਹ ਸਾਰੇ ਪਰਿਵਾਰ ਨੂੰ ਹੀ ਬੇੜੇ ਦੇ ਉੱਤੇ, ਬੇੜਾ ਕੀ ਹੈ? ਪਰਮਾਤਮਾ ਦਾ ਨਾਮ, ਨਾਮ ਨੂੰ ਬੇੜਾ ਕਹਿੰਦੇ, ਉਹਨੂੰ ਬੋਹਿਤ ਕਹਿੰਦੇ, ਉਹਨੂੰ ਜਹਾਜ਼ ਕਹਿੰਦੇ। ਸਤਿਗੁਰ ਹੈ ਬੋਹਿਥਾ ਸ਼ਬਦ ਲਗਾਵਨਹਾਰ। ਬਈ ਫਿਰ ਅਸੀਂ ਉਹ ਸਾਰੀ ਨਗਰੀ ਹੀ ਉਹ ਬੇੜੇ ਦੇ ਉੱਤੇ ਸਵਾਰ ਹੋ ਜਾਂਦੀ, ਅਤੇ ਅਸੀਂ ਸਵਾਰ ਹੋ ਕੇ ਆਪਦਾ ਪਾਰ ਚਲੇ ਜਾਂਦੇ ਭਵ ਸਾਗਰ 'ਚ। ਫਿਰ ਅਸੀਂ ਆਪਦੇ ਦੇਸ਼ ਚਲੇ ਜਾਂਦੇ, ਅਤੇ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਜਿੱਥੇ ਦੇ ਆਪਾਂ ਵਾਸੀ ਹਾਂ, ਰਹਿਣ ਵਾਲੇ ਹਾਂ ਜਿੱਥੇ। ਹੁਣ ਉੱਥੇ ਜਾਣ ਵਾਸਤੇ, ਫਿਰ ਇਹ ਭਵ ਸਾਗਰ ਨੂੰ ਪਾਰ ਕਰਨ ਵਾਸਤੇ ਸਾਨੂੰ ਉਹ ਬੇੜਾ ਜਿਹੜਾ ਨਾਮ, ਉਹ ਤੋਂ ਬਿਨਾਂ ਅਸੀਂ ਪਾਰ ਨਹੀਂ ਹੋ ਸਕਦੇ। ਮਹਾਰਾਜ ਤਾਂਹੀਓ ਕਹਿੰਦੇ, ਭਵ ਜਲ ਬਿਖਮ ਸਗਾਹੋ ਗੁਰ ਸ਼ਬਦੀ ਪਾਰ ਪਾਏ। ਵੀ ਇਹ ਜਿਹੜਾ ਭਵ ਜਲ ਹੈ, ਵਿਚਾਰਾਂ ਦਾ ਭਵ ਸਾਗਰ, ਇਹਨੂੰ ਅਸੀਂ ਗੁਰੂ ਦੇ ਸ਼ਬਦ ਦੁਆਰਾ ਪਾਰ ਕਰਨਾ। ਉਹ ਬੇੜੇ ਦੇ ਉੱਤੇ ਸਵਾਰ ਹੋ ਕੇ ਸਾਡੀ ਸੁਰਤੀ ਨੇ ਫਿਰ ਇਹ ਤੋਂ ਪਾਰ ਲੰਘਣਾ। ਹੁਣ ਉਹ ਜਿਹੜਾ ਬੇੜਾ ਹੈ, ਉਹ ਬੇੜਾ ਹੈ ਵਿਚਾਰਾਂ ਤੋਂ, ਫੁਰਨਿਆਂ ਤੋਂ। ਜਦੋਂ ਅਸੀਂ ਮਨ ਨੂੰ ਰਹਿਤ ਕਰਾਂਗੇ, ਉੱਥੇ ਉਹ ਬੇੜਾ ਹੈ। ਹੁਣ ਜਦੋਂ ਆਪਾਂ ਫਿਰ ਇਹ ਸਿਮਰਨ ਕਰਦੇ ਹਾਂ, ਸਿਮਰਨ ਕਰਦੇ ਕਰਦੇ ਅਸੀਂ ਅੰਤਰਮੁਖੀ ਹੋ ਜਾਂਦੇ। ਦੋ ਸਿਰੇ ਨੇ ਜਿੱਥੇ ਬੇੜਾ ਚੱਲਦਾ, ਜਿਹੜਾ ਇੱਕ ਤਾਂ ਸਿਰਾ ਆਪਣਾ, ਜਿਹਨੂੰ ਆਪਾਂ ਨਾਭੀ ਕਹਿੰਦੇ, ਧੁਨੀ ਨਾਭ ਘਾਟ। ਉੱਥੇ ਜਦੋਂ ਹੁਣ ਆਪਾਂ ਇਹ ਸਵਾਸ ਲੈਂਦੇ ਹਾਂ, ਸਵਾਸ ਥੋੜ੍ਹੇ ਜਿਹੇ ਜਾ ਕੇ ਉੱਥੇ ਪੌਣ ਰੁਕਦੀ,
ਨਾਭ ਘਾਟ ਤੇ, ਜਿਹਨੂੰ ਮਹਾਰਾਜ ਕਹਿੰਦੇ ਨਾਭ ਪਵਨ ਕਰ ਆਸਣ ਵੈਸੇ ਗੁਰਮੁਖ ਖੋਜਤ ਤਤ ਲਹੀ। ਵੀ ਜਦੋਂ ਅਸੀਂ ਫਿਰ ਉੱਥੇ ਨਾਭ ਘਾਟ ਤੇ ਆਸਣ ਲਾ ਕੇ ਬੈਠਦੇ ਹਾਂ, ਉੱਥੋਂ ਫਿਰ ਉਹ ਬੇੜਾ ਚੱਲਦਾ, ਉੱਥੋਂ ਫਿਰ ਅਸੀਂ ਉਹ ਬੇੜੇ ਦੇ ਉੱਤੇ ਸਵਾਰ ਹੋਣਾ ਹੁੰਦਾ। ਉੱਥੇ ਬੈਠ ਕੇ ਅਸੀਂ ਇੰਤਜ਼ਾਰ ਕਰਨਾ ਹੁੰਦਾ ਉਹ ਬੇੜੇ 'ਚ। ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਕੇ, ਪਾਉਣ ਤੋਂ ਵੱਖ ਹੋ ਕੇ ਉੱਥੇ ਬੈਠ ਗਈ ਸਾਡੀ ਸੁਰਤੀ, ਸਾਡਾ ਮਨ, ਫਿਰ ਉੱਥੋਂ ਬੇੜਾ ਜਿਹੜਾ ਉਹ ਅੱਗੇ ਚੱਲਦਾ, ਉੱਥੋਂ ਫਿਰ ਉਹ ਨਾਮ ਪ੍ਰਗਟ ਹੁੰਦਾ, ਨਾਥ। ਫਿਰ ਅਸੀਂ ਉਹਨੂੰ ਸੁਣਨਾ, ਫਿਰ ਉਹਨੂੰ ਸੁਣ ਕੇ ਅਸੀਂ ਅੱਗੇ ਭਵ ਸਾਗਰ ਤੋਂ ਪਾਰ ਲੰਘ। ਦੂਸਰਾ ਜਿਹੜਾ ਸਿਰਾ ਫਿਰ ਇਹ ਆਪਣਾ ਜਿੱਥੋਂ ਇਹ ਨੱਕ ਰਾਹੀਂ ਪਾਉਣ ਆਪਣੇ ਅੰਦਰ ਨੂੰ ਮੁੜ ਜਾਂਦੀ, ਇੱਥੋਂ ਉੱਪਰ ਇਹਨੂੰ ਸਹਿਜ ਘਾਟ ਕਹਿੰਦੀ, ਦੋਵਾਂ ਨੇਤਰਾਂ ਦੇ ਵਿਚਕਾਰ। ਫਿਰ ਇੱਥੇ ਵੀ ਥੋੜ੍ਹੀ ਜਿਹੀ ਪਾਉਣ ਉੱਪਰ ਰੁਕਦੀ, ਜਦੋਂ ਅਸੀਂ ਇੱਥੇ ਆਸਣ ਲਾ ਕੇ ਬੈਠ ਜਾਂਦੇ, ਫਿਰ ਇੱਥੋਂ ਵੀ ਉਹ ਬੇੜਾ ਜਿਹੜਾ ਨਾਮ ਇੱਥੋਂ ਵੀ ਪ੍ਰਗਟ ਹੁੰਦਾ। ਫਿਰ ਅਸੀਂ ਇੱਥੇ ਵਿਚਾਰਾਂ ਤੋਂ ਰਹਿਤ ਹੋ ਕੇ ਬੈਠਣਾ ਹੁੰਦਾ। ਜਦੋਂ ਬੈਠਾਂਗੇ ਫਿਰ ਉਹ ਸ਼ਬਦ ਜਿਹੜਾ ਉਹ ਪ੍ਰਗਟ ਹੋਏਗਾ। ਫਿਰ ਉਹ ਸ਼ਬਦ ਦੇ ਉੱਤੇ ਅਸੀਂ ਸਵਾਰ ਹੋਣਾ, ਫਿਰ ਉਹ ਸ਼ਬਦ ਧੁਨ ਨੂੰ ਅਸੀਂ ਫੜਨਾ, ਫਿਰ ਉਹ ਸ਼ਬਦ ਨੇ ਸਾਨੂੰ ਅੱਗੇ ਲੈ ਕੇ ਜਾਣਾ। ਇਹ ਸਰੀਰ ਹੈ ਜਿਹੜਾ ਸਰੀਰ ਥੱਲੇ ਰਹਿ ਜਾਂਦਾ, ਇਹਨੂੰ ਆਪਾਂ ਛੱਡ ਦਿੰਦੇ ਹਾਂ ਅਤੇ ਅਸੀਂ ਇਹ ਤੋਂ ਵੱਖ ਹੋ ਜਾਂਦੇ। ਫਿਰ ਇਹਨੂੰ ਮਹਾਰਾਜ ਕਹਿੰਦੇ ਸਤਿਗੁਰ ਹੈ ਬੋਹਿਥਾ ਸ਼ਬਦ ਲਗਾਵਣ ਹਾਰ, ਤਿੱਥੇ ਪਾਉਣ ਨਾ ਪਾਵਕੋ ਨਾ ਜਲ ਨਾ ਆਕਾਰ। ਵੀ ਇਹ ਜਿਹੜਾ ਆਕਾਰ ਸੀ, ਇਹ ਆਕਾਰ ਇੱਥੇ ਹੀ ਰਹਿ ਗਿਆ, ਉੱਥੇ ਆਕਾਰ ਨਹੀਂ, ਉੱਥੇ ਪੌਣ ਪਾਣੀ ਵਸੰਤਰ ਥੱਲੇ ਰਹਿ ਗਏ। ਉੱਥੇ ਸਿਰਫ ਸਾਡੀ ਸੁਰਤੀ ਨੇ ਜਾਣਾ, ਮਨ ਨੇ ਜਾਣਾ, ਅਤੇ ਫਿਰ ਅਸੀਂ ਉਹ ਭਵ ਸਾਗਰ ਤੋਂ ਪਾਰ ਲੰਘਣਾ। ਹੌੜੇ ਨਾਮ ਤੱਕ ਪਹੁੰਚਣ ਵਾਸਤੇ, ਬੇੜੇ ਤੱਕ ਪਹੁੰਚਣ ਵਾਸਤੇ ਸਾਨੂੰ ਇਹ ਸਿਮਰਨ ਕਰਨਾ ਪੈਂਦਾ ਪਹਿਲਾਂ। ਬਈ ਅਸੀਂ ਸਿਮਰਨ ਕਰਕੇ ਵਿਚਾਰਾਂ ਤੋਂ ਰਹਿਤ ਹੋ ਕੇ ਫਿਰ ਇੱਥੇ ਇਹ ਬੇੜੇ ਦਾ ਇੰਤਜ਼ਾਰ ਕਰਨਾ ਵੀ ਕਦੋਂ ਬੇੜਾ ਆਵੇ ਅਤੇ ਅਸੀਂ ਇਹ ਬੇੜੇ 'ਤੇ ਸਵਾਰ ਹੋ ਕੇ ਅਸੀਂ ਭਵ ਸਾਗਰ ਤੋਂ ਪਾਰ ਲੰਘੀਏ। ਜਿਵੇਂ ਇਹਨੂੰ ਹੀ ਮਹਾਰਾਜ ਕਹਿੰਦੇ ਪੱਤਣ ਕੂਕੇ ਪਾਤਣੀ, ਵੀ ਅਸੀਂ ਇਹਨੂੰ ਪੱਤਣ ਵੀ ਕਹਿ ਦਿੱਤੇ, ਵੀ ਸਹਿਜ ਦਾ ਘਾਟ ਵੀ ਕਹਿ ਦਿੱਤਾ। ਵੀ ਜਿਵੇਂ ਅੱਗੇ ਬੇੜੀ ਤੋਂ ਪਾਰ ਹੁੰਦੇ ਵੀ ਇੱਕ ਤੋਂ ਦੂਸਰੇ ਕਿਨਾਰੇ ਜਾਂਦੇ ਜੀ, ਫਿਰ ਇਸੇ ਤਰ੍ਹਾਂ ਹੀ ਵੀ ਜਦੋਂ ਗੁਰਮੁਖ ਇੱਥੋਂ ਪਾਰ ਲੰਘੇ, ਫਿਰ ਜਿਹੜੇ ਹੋਰ ਸੰਗੀ ਸੀ ਉਹ ਕਹਿੰਦੇ ਵੀ ਸਾਡੇ ਸਾਥੀ ਸੀ, ਵੀ ਤੁਸੀਂ ਦੇਖੇ ਇੱਥੋਂ। ਉਹ ਜਿਹੜੇ ਗੁਰਮੁਖ ਜਾਗੇ ਉਹਨਾਂ ਨੇ ਫਿਰ ਦੇਖ ਕੇ ਦੱਸਿਆ, ਉਹ ਕਹਿੰਦੇ ਵੀ ਅਸੀਂ ਦੇਖਿਆ ਵੀ ਉਹ ਬੇੜੇ 'ਤੇ ਸਵਾਰ ਹੋ ਕੇ ਵੀ ਉਹ ਪਾਰ ਚਲੇ ਗਏ, ਉਹ ਪਰਲੋਕ ਨੂੰ ਚਲੇ ਗਏ। ਮਹਾਰਾਜ ਕਹਿੰਦੇ ਪਾੜ ਪਵੰਦੜੇ ਡੈਠ ਮੈਂ ਸਤਿਗੁਰ ਬੋਹਿਤ ਚਾੜ। ਉਹ ਕਹਿੰਦੇ ਵੀ ਅਸੀਂ ਦੇਖੇ ਪਾਰ ਹੁੰਦੇ ਵੀ ਸਤਿਗੁਰ ਦੇ ਉਹ ਬੇੜੇ 'ਤੇ ਸਵਾਰ ਹੋ ਕੇ ਉਹ ਪਾਰ ਲੰਘ ਗਏ। ਅਤੇ ਆਪਾਂ ਨੂੰ ਫਿਰ ਕਹਿੰਦੇ ਵੀ ਜੇ ਤੁਸੀਂ ਵੀ ਪਾਰ ਹੋਣਾ, ਤੁਸੀਂ ਵੀ ਉਹ ਬੇੜੇ 'ਤੇ ਸਵਾਰ ਹੋ। ਹੁਣ ਉਹ ਬੇੜੇ ਤੱਕ ਪਹੁੰਚਣ ਵਾਸਤੇ ਫਿਰ ਆਪਾਂ ਨੂੰ ਇਹ ਸਿਮਰਨ ਕਰਨਾ ਪੈਂਦਾ। ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਸਾਸ ਗਿਰਾਸ, ਵੀ ਤਾਂ ਕਿ ਅਸੀਂ ਉਹ ਬੇੜੇ ਤੱਕ ਪਹੁੰਚ ਜਾਈਏ, ਨਾਮ ਤੱਕ ਪਹੁੰਚ ਜਾਈਏ। ਫਿਰ ਜਦੋਂ ਅਸੀਂ ਉਹ ਨਾਮ ਤੱਕ ਪਹੁੰਚ ਗਏ, ਫਿਰ ਅਸੀਂ ਉਹ ਨਾਮ 'ਤੇ ਸਵਾਰ ਹੋ ਕੇ ਅਸੀਂ ਪਾਰ ਹੋ ਜਾਣਾ। ਆਓ ਹੁਣ ਨਾਮ ਤੱਕ ਪਹੁੰਚਣ ਵਾਸਤੇ ਜੋ ਮਹਾਰਾਜ ਆਪਾਂ ਨੂੰ ਸਵਾਸ ਗਿਰਾਸ ਸਿਮਰਨ ਅਭਿਆਸ ਦੱਸਦੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਸਿਮਰਨ ਕਰਦੇ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੁੰਦਾ। ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਕੇ ਬੈਠਾਂਗੇ ਫਿਰ ਸਾਨੂੰ ਉਹ ਨਾਮ ਸੁਣੇਗਾ। ਫਿਰ ਅਸੀਂ ਨਾਮ ਨੂੰ ਸੁਣ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਉਣਾ ਹੁੰਦਾ। ਮੇਰੀ ਇਸੇ ਵਰਤਾਏ ਮਹਾਰਾਜ ਕਹਿੰਦੇ ਵੀ ਉਹ ਸਾਧੂ, ਉਹ ਵੈਰਾਗੀ ਵੀ ਜਿਹੜਾ ਫਿਰ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾਉਂਦਾ। ਫਰਮਾਉਂਦੇ ਨੇ, ਸੋ ਸਾਧੂ ਵੈਰਾਗੀ ਸੋਈ ਜੋ ਹਿਰਦੇ ਨਾਮ ਵਸਾਏ। ਵੀ ਜਿਹਨੇ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾ ਲਿਆ ਉਹ ਸਾਧੂ ਹੈ, ਉਹ ਵੈਰਾਗੀ। ਉਹ ਫਿਰ ਇਹ ਸੰਸਾਰ ਸਾਗਰ ਤੋਂ ਉੱਪਰ ਚਲਾ ਗਿਆ, ਉਹ ਇਹ ਭਵ ਸਾਗਰ ਤੋਂ ਪਾਰ ਹੋ ਗਿਆ ਅਤੇ ਉਹ ਸਦਾ ਵਾਸਤੇ ਅਮਰ ਹੋ ਗਿਆ। ਸੋ ਇਸ ਵਾਸਤੇ ਹੁਣ ਆਪਾਂ ਇਹ ਨਾਮ ਤੱਕ ਪਹੁੰਚਣ ਲਈ ਵੱਧ ਤੋਂ ਵੱਧ ਇਸ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਸਾਰੀ ਗੁਰਬਾਣੀ ਨਾਮ ਦੀ ਮਹਿਮਾ, ਉਸਤਤ, ਵਡਿਆਈ ਕਰਦੇ ਨੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨ। ਇਹ ਜੋ ਗਿਆਨ ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ। ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਸਤਿਗੁਰੂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ, ਗੁਰਮੁਖਾਂ ਨੇ ਬੜਾ ਸੌਖਾ ਕਰਕੇ ਆਪਾਂ ਨੂੰ ਸਮਝਾਇਆ ਵੀ ਤਾਂ ਕਿ ਆਪਾਂ ਸਤਿਗੁਰੂ ਜੋ ਸਾਨੂੰ ਕਹਿਣਾ ਚਾਹੁੰਦੇ ਸਾਨੂੰ ਸਮਝ ਲੱਗ ਜੇ। ਅਸੀਂ ਇਹਨਾਂ ਦੇ ਉਪਦੇਸ਼ ਨੂੰ ਮੰਨ ਕੇ, ਕਮਾ ਕੇ, ਆਪਦੇ ਜੀਵਨ ਨੂੰ ਸਫਲ ਕਰਕੇ ਇੱਥੋਂ ਵਾਪਸ ਜਾਈਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ